ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਦੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਹੋ ਜਤੀ ਸਤੀ ਨਹੀਂ ਬੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਬਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਬਿਸਰਿਆ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਾਮਦੀ ਨੂਰ ਅਰਸੋ ਕਰਸੋ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਅਬਨਾ ਦਾ ਬੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਮੋਹਨੀ ਮੋਹੇ ਲੀਏ ਤ੍ਰੈ ਗੁਨੀਆਂ ਲੋਭ ਵਿਆਪੀ ਝੂਠੀ ਦੁਨੀਆ ਮੇਰੀ ਮੇਰੀ ਕਰ ਕੈ ਸੰਚੀ ਅੰਤ ਕੀ ਬਾਰ ਸਗਲ ਲੈ ਛਲਿਆ ਮੋਹਨੀ ਮੋਹੇ ਲੀਏ ਤ੍ਰੈ ਗੁਨੀਆਂ ਲੋਭ ਵਿਆਪੀ ਝੂਠੀ ਦੁਨੀਆ
ਮੇਰੀ ਮੇਰੀ ਕਰ ਕੈ ਸੰਚੀ, ਅੰਤ ਕੀ ਬਾਰ ਸਗਲ ਲੈ ਛਲਿਆ। ਨਿਰਭਉ ਨਿਰੰਕਾਰ ਦਇਆਲਿਆ, ਜੀ ਜੰਤ ਸਗਲੇ ਪ੍ਰਤਪਲਿਆ। ਰਹਾਉ ਏਕੈ ਸ਼ਰਮ ਕਰ ਗਾਡੀ ਕੱਢੈ, ਏਕਹਿ ਸੁਪਨੈ ਦਾਮ ਨ ਛੱਡਹੈ। ਰਾਜ ਕਮਾਏ ਕਰੀ ਜਿਨ ਥੈਲੀ, ਤਾਕੈ ਸੰਗ ਨਾ ਚੰਚਲ ਚਲਿਆ। ਏਕਹਿ ਪ੍ਰਾਣ ਪਿੰਡ ਤੇ ਪਿਆਰੀ, ਏਕ ਸੰਚੀ ਤਜ ਬਾਪ ਮਹਿਤਾਰੀ। ਸੁਤ ਮੀਤ ਭਰਾਤ ਤੇ ਗੁਹ ਜੀ, ਤਾਕੈ ਨਿਕਟ ਨ ਹੋਈ ਖਲਿਆ। ਹੋਏ ਅਦੂਤ ਬੈਠੇ ਲਾਇ ਤਾਰੀ, ਜੋਗੀ ਚਤੀ ਪੰਡਤ ਵਿਚਾਰੀ। ਗ੍ਰਹਿ ਮੜੀ ਮਸਾਣੀ ਬਨ ਮਹਿ ਬਸਤੇ, ਊਠ ਤਿਨਾ ਕੈ ਲਾਗੀ ਪਲਿਆ। ਕਾਟੇ ਬੰਦਨ ਠਾਕੁਰ ਜਾ ਕੇ, ਹਰ ਹਰ ਨਾਮ ਬਸਿਓ ਜੀ ਤਾਕੈ। ਸਾਧ ਸੰਗ ਭਏ ਜਨ ਮੁਕਤੇ, ਗਤ ਪਾਈ ਨਾਨਕ ਨਦਰ ਨਿਹਲਿਆ। ਹਰ ਹਰ ਨਾ ਸਾਧ ਸੰਗ ਭਏ ਜਨ ਮੁਕਤੇ, ਗਤ ਪਾਈ ਨਾਨਕ ਨਦਰ ਨਿਹਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਜੁਗ ਜੁਗ ਅਟਲ, ਚਵਰ ਛਤਰ ਤਖ਼ ਦੇ ਮਾਲਕ, ਬਾਣੀ ਕੇ ਬੋਹਿਤ, ਜਾਹਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਸਮਰੱਥ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵੱਡੀਆਂ ਭਾਗਾਂ ਵਾਲੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ
ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਜੋ ਪਾਵਨ ਸ਼ਬਦ ਆਪ ਜੀ ਨੇ ਸ਼ਰਵਣ ਕੀਤਾ ਹੈ, ਇਸ ਪਾਵਨ ਸ਼ਬਦ ਦੀ ਵਿਚਾਰ ਸ਼ਰਵਣ ਕਰਨੀ ਹੈ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਮੋਹਨੀ ਮੋਹੇ ਲੀਏ ਤ੍ਰੈ ਗੁਨੀਆਂ, ਲੋਭ ਵਿਆਪੀ ਝੂਠੀ ਦੁਨੀਆ। ਮਾਰੂ ਰਾਗ ਦੇ ਵਿੱਚ ਪੰਜਵੇਂ ਗੁਰਦੇਵ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ 1004 ਅੰਕ ਤੇ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਪਾਵਨ ਉਪਦੇਸ਼ ਦਿੰਦੇ ਨੇ ਕਿ ਜੀਵ ਇੱਕ ਪਰਿਪੂਰਨ ਪਰਮਾਤਮਾ ਵਾਹਿਗੁਰੂ ਨੂੰ ਛੱਡ ਕੇ ਕਿਵੇਂ ਮਾਇਆ ਦੇ ਵਿੱਚ ਇਹ ਗਲਤਾਨ ਹੁੰਦਾ ਹੈ। ਸਤਿਗੁਰੂ ਜੀ ਨੇ ਅੱਜ ਦੇ ਪਾਵਨ ਸ਼ਬਦ ਦੁਆਰਾ ਉਹਨਾਂ ਸਾਰੇ ਜੀਵਾਂ ਦੀ ਗੱਲ ਕੀਤੀ ਹੈ, ਚਾਹੇ ਉਹ ਜੋਗੀ ਹੈ, ਚਾਹੇ ਉਹ ਜਤੀ ਹੈ, ਬ੍ਰਹਮਚਾਰੀ ਹੈ, ਪੰਡਤ ਹੈ, ਕੋਈ ਵੀ ਹੈ, ਕਿ ਹਰ ਇੱਕ ਨੂੰ ਇਹ ਮਾਇਆ ਦਾ, ਹਰ ਇੱਕ ਦੇ ਉੱਤੇ ਮਾਇਆ ਦਾ ਪ੍ਰਭਾਵ ਪਿਆ ਹੋਇਆ ਹੈ ਤੇ ਮਾਇਆ ਉਸ ਮਾਲਕ ਦੀ ਪੈਦਾ ਕੀਤੀ ਹੋਈ ਹੈ। ਉਹ ਮਾਲਕ ਦਾ ਸਰੂਪ ਕਿਹੋ ਜਿਹਾ, ਨਾਲੇ ਸਤਿਗੁਰੂ ਜੀ ਨੇ ਰਹਾਉ ਵਾਲੀ ਪੰਕਤੀ ਦੇ ਵਿੱਚ ਉਸ ਪਰਿਪੂਰਨ ਪਰਮਾਤਮਾ ਦਾ ਪਾਵਨ ਸਰੂਪ ਵੀ ਬਿਆਨ ਕੀਤਾ ਹੈ। ਪੁੱਛਿਆ ਕਿ ਸਤਿਗੁਰੂ, ਜੇ ਸਾਰਾ ਸੰਸਾਰ ਹੀ ਮਾਇਆ ਨਾਲ ਛਲਿਆ ਹੋਇਆ ਹੈ ਤੇ ਪਰਮਾਤਮਾ ਕਿਹੋ ਜਿਹਾ ਹੈ? ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਭਾਈ ਨਿਰਭਉ ਨਿਰੰਕਾਰ ਦਿਆਲੀਆ, ਜੀ ਜੰਤ ਸਗਲੇ ਪ੍ਰਤਪਲੀਆ। ਕਿ ਜਿਹੜਾ ਉਹ ਪਰਮਾਤਮਾ ਹੈ ਉਹ ਨਿਰਭਉ ਹੈ। ਨਿਰਭਉ ਤੋਂ ਭਾਵ ਉਹਨੂੰ ਕਿਸੇ ਦਾ ਡਰ ਨਹੀਂ ਹੈ, ਉਹ ਡਰ ਤੋਂ ਰਹਿਤ ਹੈ। ਸਾਰਾ ਸੰਸਾਰ ਜਿੰਨੇ ਵੀ ਵੱਡੇ ਵੱਡੇ ਰਾਜੇ ਮਹਾਰਾਜੇ ਹੋਏ ਨੇ, ਛੋਟੇ ਤੋਂ ਲੈ ਕੇ ਵੱਡਾ ਮਨੁੱਖ, ਗਰੀਬ ਤੋਂ ਲੈ ਕੇ ਅਮੀਰ ਤੱਕ, ਹਰ ਇੱਕ ਨੂੰ ਕਿਸੇ ਨਾ ਕਿਸੇ ਦਾ ਡਰ ਸਤਾਉਂਦਾ ਹੈ। ਜੇ ਮਾਨੋ ਦੁਨਿਆਵੀ ਮਨੁੱਖਾਂ ਦਾ ਡਰ ਮੁੱਕ ਗਿਆ ਹੋਵੇ ਤੇ ਮੌਤ ਦਾ ਡਰ ਤਾਂ ਹਰ ਇੱਕ ਮਨੁੱਖ ਦੇ ਮਨ ਦੇ ਵਿੱਚ ਹੈ। ਜਿਹੜਾ ਪਰਮਾਤਮਾ ਹੈ, ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ ਹੈ, ਉਹ ਭੈ ਤੋਂ ਰਹਿਤ ਹੈ। ਆਪਾਂ ਸਤਿਗੁਰੂ ਦੇ ਬਚਨ ਪੜ੍ਹਦੇ ਹਾਂ ਨਾ ਕਿ ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿੱਥੇ ਉਹ ਪਰਮਾਤਮਾ ਭੈ ਤੋਂ ਰਹਿਤ ਹੈ, ਉਹਨੂੰ ਕਿਸੇ ਦਾ ਡਰ ਨਹੀਂ ਹੈ, ਉੱਥੇ ਉਹਦੇ ਜਿਹੜੇ ਪਿਆਰੇ ਨੇ, ਨਾਮ ਜਪਣ ਵਾਲੇ, ਉਸ ਮਾਲਕ ਨਾਲ, ਗੁਰੂ ਨਾਲ ਇੱਕਮਿਕ ਨੇ, ਉਹਨਾਂ ਨੂੰ ਵੀ ਗੁਰੂ ਸਰੇ ਕਿਸੇ ਦਾ ਡਰ ਭੈ ਨਹੀਂ ਹੈ। ਆਪਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਬਚਨ ਪੜ੍ਹਦੇ ਹਾਂ ਨਾ ਕਿ ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਕਿ ਨਾ ਤਾਂ ਕਿਸੇ ਦਾ ਡਰ ਭੈ ਮੰਨਦਾ ਹੋਵੇ, ਨਾ ਕਿਸੇ ਨੂੰ ਡਰ ਭੈ ਦਿੰਦਾ ਹੋਵੇ। ਤੇ ਇਹੋ ਜਿਹੀ ਅਵਸਥਾ ਵਾਲੇ ਨੂੰ, ਮਨੁੱਖ ਨੂੰ ਫਿਰ ਗਿਆਨਵਾਨ ਪੁਰਸ਼ ਆਖਿਆ ਜਾਂਦਾ ਹੈ।
ਇਹ ਅਵਸਥਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਆਪਣੀ ਸੀ। ਗੁਰੂ ਸਵਾਰਿਓ, ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਨੰਦਪੁਰ ਸਾਹਿਬ ਤੋਂ ਚੱਲੇ ਨੇ, ਸ਼ਹਾਦਤ ਦਾ ਜਾਮ ਪਾਤਸ਼ਾਹ ਨੇ ਪੀਣਾ ਏ, ਅਤੇ ਸਤਿਗੁਰੂ ਸਿੱਖੀ ਦਾ ਪ੍ਰਚਾਰ ਕਰਦੇ ਥਾਵਾਂ ਥਾਵਾਂ, ਨਗਰਾਂ, ਪਿੰਡਾਂ, ਸ਼ਹਿਰਾਂ ਵਿੱਚ ਵਿਚਰਦੇ ਹੋਏ ਸਤਿਗੁਰੂ ਜੀ ਇਹੀ ਬਚਨ ਕਰਦੇ ਸਨ, ਨਾ ਕਿਸੇ ਨੂੰ ਡਰਾਵੋ ਨਾ ਡਰੋ। ਇਹ ਗੁਰੂ ਸਾਹਿਬਾਨ ਜੀ ਨੇ ਇਹ ਬਚਨ ਕੀਤੇ ਸੀ। ਅਤੇ ਇੱਥੋਂ ਤੱਕ ਗੁਰੂ ਸਰੇ ਬਾਦਸ਼ਾਹ ਔਰੰਗਜ਼ੇਬ ਦੀ ਤਲਵਾਰ, ਬਾਦਸ਼ਾਹ ਔਰੰਗਜ਼ੇਬ ਦਾ ਲੋਹ ਪਿੰਜਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਡਰਾ ਨਹੀਂ ਸਕਿਆ। ਅਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਿੱਲੀ ਚਾਂਦਨੀ ਚੌਂਕ ਵਿਖੇ ਸ਼ਹਾਦਤ ਦਾ ਜਾਮ ਪੀ ਗਏ। ਸੋ ਇਸ ਤਰ੍ਹਾਂ ਉਹ ਪਰਮਾਤਮਾ ਵੀ ਭੈ ਤੋਂ ਰਹਿਤ ਹੈ, ਉਹਦੇ ਪਿਆਰੇ ਵੀ ਭੈ ਤੋਂ ਰਹਿਤ ਹੈ। ਅਤੇ ਦੂਜਾ ਬਚਨ ਕੀਤਾ ਨਿਰੰਕਾਰ। ਅਤੇ ਪਰਮਾਤਮਾ ਦਾ ਕੋਈ ਸਰੂਪ ਹੀ ਨਹੀਂ ਹੈ, ਆਕਾਰ ਤੋਂ ਰਹਿਤ ਹੈ। ਹਰ ਇੱਕ ਸੰਸਾਰ ਜਿੰਨੇ ਵੀ 84 ਲੱਖ ਜੂਨਾਂ ਨੇ, ਸਾਡੇ ਸਾਰਿਆਂ ਦੇ ਆਕਾਰ ਨਹੀਂ ਸੀ, 5 ਤੱਤਾਂ ਦੇ ਬਣੇ ਹੋਏ ਹਾਂ। ਅਤੇ ਪਰਮਾਤਮਾ ਦੇ ਸਰੂਪ ਨੂੰ ਆਪਾਂ ਕਿਵੇਂ ਵਰਣਨ ਕਰਾਂਗੇ ਜਦੋਂ ਉਹਦਾ ਕੋਈ ਸਰੂਪ ਹੀ ਨਹੀਂ ਹੈ? ਕਿਵੇਂ ਧਿਆਨ ਧਾਰਨ ਕਰਾਂਗੇ? ਕਲਗੀਧਰ ਪਾਤਸ਼ਾਹ ਮਹਾਰਾਜ ਜੀ ਬਚਨ ਕਰਦੇ ਨੇ ਨਾ ਕਿ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਭੇਦਾ। ਕਹਿੰਦੇ ਜਿਸ ਜਿਹੜਾ ਮਾਲਕ ਵਾਹਿ ਨਿਰੰਕਾਰ ਆਕਾਰ ਤੋਂ ਰਹਿਤ ਹੈ, ਨਿਰਵਿਕਾਰ, ਜਿਹਨੂੰ ਕਿਸੇ ਪ੍ਰਕਾਰ ਦਾ ਵਿਕਾਰ ਹੋ ਨਹੀਂ ਸਕਦਾ। ਵਿਕਾਰ ਵੀ ਉਸ ਮਾਲਕ ਦੇ ਪੈਦਾ ਕੀਤੇ ਨੇ, ਪਰ ਆਪ ਉਹ ਵਿਕਾਰਾਂ ਤੋਂ ਰਹਿਤ ਹੈ। ਨਿਰੰਕਾਰ ਨਿਰਵਿਕਾਰ ਨਿਰਲੰਭ, ਹਰ ਇੱਕ ਮਨੁੱਖ ਨੂੰ ਕਿਸੇ ਨਾ ਕਿਸੇ ਦਾ ਆਸਰਾ ਹੈ, ਪਰ ਪਰਮਾਤਮਾ ਨੂੰ ਕਿਸੇ ਦਾ ਆਸਰਾ ਨਹੀਂ ਹੈ। ਉਹ ਆਪਣੇ ਆਪ ਤੋਂ ਪੈਦਾ ਹੋਇਆ ਹੈ, ਆਪ ਹੀ ਸੰਸਾਰ ਨੂੰ ਪੈਦਾ ਕਰਦਾ ਅਤੇ ਆਪ ਹੀ ਸੰਸਾਰ ਦੀ ਉਹ ਲੈਤਾ ਕਰਨ ਵਾਲਾ ਹੈ। ਇਸ ਕਰਕੇ ਇਹ ਮਾਲਕ ਦਾ ਰੂਪ ਹੈ। ਅਤੇ ਸਤਿਗੁਰੂ ਕਹਿੰਦੇ ਜਿਹੜਾ ਮਾਲਕ ਵਾਹਿਗੁਰੂ ਕਿਸੇ ਨਾਲ ਉਹ ਆਕਾਰ ਤੋਂ ਵੀ ਰਹਿਤ ਹੈ। ਤੀਜਾ ਗੁਣ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ, ਕਹਿਣ ਲੱਗੇ ਉਹ ਦਿਆਲੀਆ। ਦਿਆਲੀਆ ਤੋਂ ਭਾਵ ਹੈ ਦਿਆਲੂ ਸੁਭਾਅ ਵਾਲਾ। ਉਹ ਜੀਵਾਂ ਉੱਤੇ ਦਇਆ ਕਰਨ ਵਾਲਾ। ਦਇਆ ਕਰਨੰ ਦੁੱਖ ਹਰਣੰ ਉਚੜੰ ਨਾਮ ਕੀਰਤਨ ਹੈ, ਦਇਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨ ਮਾਇਆ। ਸਤਿਗੁਰੂ ਕਹਿੰਦੇ ਉਹ ਜਿਹੜਾ ਪਰਮਾਤਮਾ ਨੇ ਕਹਿੰਦੇ ਦਿਆਲੂ ਸੁਭਾਅ ਵਾਲਾ ਹੈ, ਮਾਇਆ ਉਹਦੀ ਪੈਦਾ ਕੀਤੀ ਹੋਈ ਹੈ, ਪਰ ਆਪ ਮਾਇਆ ਨੂੰ ਪੈਦਾ ਕਰਕੇ ਮਾਇਆ ਤੋਂ ਉਹ ਰਹਿਤ ਹੈ। ਉਹਨੂੰ ਮਾਇਆ ਪੋ ਨਹੀਂ ਸਕਦੀ ਹੈ। ਐਡਾ ਵੱਡਾ ਉਹ ਦਾਤਾ ਹੈ ਜਿਹਨੂੰ ਤਿਲ ਮਾਤਰ ਵੀ ਤਮਾ ਨਹੀਂ ਹੈ। ਇਸ ਕਰਕੇ ਉਹ ਦਿਆਲੂ ਹੈ। ਜਦੋਂ ਜੀਵਾਂ ਉੱਤੇ ਦੇਖਦਾ ਕਿ ਜੀਵਾਂ ਉੱਤੇ ਕੋਈ ਦੁੱਖ ਦੀ ਘੜੀ ਆਉਂਦੀ ਹੈ, ਹਾਲਾਂਕਿ ਦੁੱਖ ਸੁੱਖ ਜਿਹੜੇ ਉਸ ਮਾਲਕ ਦੇ ਹੁਕਮ ਦੇ ਵਿੱਚ ਹੀ ਨੇ, ਪਰ ਜਦੋਂ ਉਹਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਕਿ ਪ੍ਰਭੂ ਜੀ ਕਿਰਪਾ ਕਰੋ, ਆਪ ਜੀ ਦਿਆਲੂ ਹੋ, ਕਿਰਪਾਲੂ ਹੋ, ਸਾਡੇ ਉੱਤੇ ਮਿਹਰ ਕਰੋ, ਕਿਰਪਾ ਕਰੋ ਪਾਤਸ਼ਾਹ, ਸਾਡੇ ਇਸ ਦੁੱਖ ਦੀ ਨਿਵਰਤੀ ਕਰਨਾ ਕਰੋ, ਅਤੇ ਸੱਚ ਜਾਣਿਓ ਫਿਰ ਉਹ ਪਰਮਾਤਮਾ ਦਇਆ ਦੇ ਘਰ ਵਿੱਚ ਆ ਜਾਂਦਾ ਹੈ। ਦਇਆ ਦੇ ਘਰ ਵਿੱਚ ਆਉਂਦਾ ਅਤੇ ਫਿਰ ਉਹ ਦਿਆਲੂ ਬਣ ਕੇ ਪਰਿਪੂਰਨ ਪਰਮਾਤਮਾ ਵੱਡੇ ਵੱਡੇ ਰੋਗਾਂ ਦਾ ਖਾਤਮਾ ਕਰਦਾ, ਵੱਡੇ ਵੱਡੇ ਦੁੱਖ ਤਕਲੀਫਾਂ ਨੂੰ ਪਰਮਾਤਮਾ ਵਾਹਿਗੁਰੂ ਦੂਰ ਕਰ ਦਿੰਦਾ ਹੈ। ਇਸ ਕਰਕੇ ਦਿਆਲੂ ਉਹ ਦਿਆਲੀਆ, ਉਹ ਦਇਆ ਦਾ ਘਰ ਹੈ। ਅਤੇ ਕਰਦਾ ਕਿਹਦਾ ਕੰਮ ਕੀ ਹੈ? ਜਿੰਨੇ ਵੀ ਮਨੁੱਖ ਸੰਸਾਰ ਵਿੱਚ ਪੈਦਾ ਹੋਏ ਨੇ ਨਾ, ਉਹ ਕੋਈ ਨਾ ਕੋਈ ਕਿਰਤ ਜ਼ਰੂਰ ਕਰਦੇ ਨੇ। ਉਹ ਵੱਖਰੀ ਗੱਲ ਹੈ, ਕਈ ਵਿਹਲੇ ਲੈ ਕੇ ਆਪਣੇ ਜੀਵਨ ਨੂੰ ਬਤੀਤ ਕਰਦੇ, ਪਰ ਮਾੜਾ ਮੋਟਾ ਕੰਮ ਫਿਰ ਵੀ ਉਹ ਕਰਦੇ ਨੇ। ਹਰ ਇੱਕ ਮਨੁੱਖ ਦੀ ਕੋਈ ਨਾ ਕੋਈ ਕਿਰਤ ਹੈ। ਕੋਈ ਦਿਹਾੜੀ ਧੱਪਾ ਕਰਦਾ ਹੈ, ਕੋਈ ਖੇਤੀਬਾੜੀ ਕਰਦਾ, ਕੋਈ ਫੈਕਟਰੀ ਚਲਾਉਂਦਾ, ਕੋਈ ਦੁਕਾਨ ਉੱਤੇ ਬੈਠਾ ਹੋਇਆ,
कोई सब्जियां बेच रहा है, कोई सब्जियां उगा रहा है, कईयां ने अपने कारखाने लाए ने। है तो हर एक की किरत है ना, हर एक मनुख नूं किरत करनी पैंदी है। जिहड़ा जन्म लैके आ गया ना, उहनूं किरत करनी पैनी है अपनी पालना पोषणा लई, परिवार की पालना पोषणा लई। जेकर मानो आपां देखीए संसार दे विच कई बारी ऐसा हुंदा कि बच्चे जदों माँ बाप बड़े चाअ नाल लाड़ नाल पालदे ने, बच्चे वड्डे हो जाते हैं तो बच्चों नूं फिर आख्या जाता हुण तुसीं भाई काम धंधा करो, काम धंधा करो। जे बच्चे काम धंधा ना करन ते मापे फिर गुरु सवारिओ बच्चे नूं ताने मारदे ने कि तैनूं असीं पालिया पोसिया, तू जवान होया पर तू विहला बैठा घर विच चंगा नहीं लगदा, इस करके कोई ना कोई काम धंधा करना कर। सो कहण दा भाव है कि मनुख नूं धंधे करने पैंदे ने। मनुख दा अपना अपना किता है, पर परमात्मा जिहड़ा वाहिगुरू है, गुरु सर, उहदा काम की है, वो की करदा है। तो गुरु साहिबान जी कहते हैं वो परमात्मा जी जंत सगले प्रतपलिया, जिन्ने भी जीव जंतु ने ना, वो सारियां दी प्रतिपालना करता है, क्योंकि वो परमात्मा एडा बड़ा समर्थ है। जल में जंत उपायक पायन तिना पे रोजी थे, कि जीव जंतु जल विच पैदा कर दिते ते उस जल विच रहन वाले जीव जंतुओं नूं भी रोजी रोटी दिंदा है, धरती ते विचरण वाले जीवां नूं भी रोजी रोटी दिंदा है। ਉਹਦੀ ਉਹ ਸਾਰਿਆਂ ਦੀ ਪ੍ਰਤਿਪਾਲਨਾ ਕਰਦਾ। ਜਿਵੇਂ ਆਪਾਂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਪੁੱਛੋ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ ਕਿ ਦੀਨਨ ਕੀ ਪ੍ਰਤਪਾਲ ਕਰੈ ਨਿਤ, ਸੰਤ ਉਬਾਰ ਗਨੀ ਮਨ ਗਾਰੈ, ਪਸ਼ ਪਸ਼ੂ ਨਗ ਨਾਗ ਨਰਾਦਪ, ਸਰਬ ਸਮੈ ਸਭ ਕੋ ਪ੍ਰਤਪਾਰੈ, पोखत हैं जल में थल में, कल के नहीं कर्म विचारै, दीन दयाल दया निध, दुख न देखत है पर दैत न हारै। ये सारियां दी वो प्रतिपालना करता। जलों विच रहन वाले, थलों विच रहन वाले, धरती और आकाश विच रहन वाले, और जिन्ने भी आपां देखते हैं हर एक जा जीव, हर एक दा परिपूर्ण परमात्मा रोजी रोटी का प्रबंध किया होया है। इस करके वो सारियां दी प्रतिपालना करता है। ताइयों गुरु अर्जन देव महाराज धनासरी राग विच बचन करते हैं कि तुम दाते ठाकुर प्रतिपालक, नायक खसम हमारे, निमख निमख तुम ही प्रतिपालो, हम बारक तुमरे तारे। हे वाहिगुरु आप जी साडे दाते हो। नायक का अर्थ है आगू, मुखिया। आप जी साडे आगू हो, मुखी हो, ते सारियां दी आप जी प्रतिपालना करने वाले मालक जी साडी भी प्रतिपालना करो। इस तरह उस मालक का उस सुभाव है कि जीवां दी प्रतिपालना करनी। इस करके इत्थे सतगुरु ने बचन कर दिते, कहंदे ने जी जंत सगले प्रतिपलिया, सारियां दी प्रतिपालना करता है। एक रोख रहान नामे पंछी होया। गुरु कलगीधर पातशाह महाराज ने उस रोख रहान पंछी की उदाहरण देना की है। सतगुरु कहंदे ने कि वो जीव, ए जीव तू चिंता क्यों करता, रोजी रोटी की चिंता क्योंकि जो तैनू पैदा किया ना, तेरा दाना पानी परमात्मा ने पहले खिलारिया होया है। जिथे जिथे जाके तेरा दाना पानी चुगना है उन्होंने कोई बंद नहीं कर सकता। कईयां दा देशां विदेशां की धरती उत्ते खिलरिया होया, कईयां दा घर दे विच ही है, कई सारी सारी उम्र अपने घर विच रह के अपना गुजरान करते हैं। कई गुरु साहिब विदेशों की धरती उत्ते अपनी जिंदगी का निर्वाह करते हैं। असल विच कोई किसी नूं लैके नहीं जाता,
ਜਿੱਥੇ ਵੀ ਜਾਣਾ ਉੱਥੇ ਜੀਵ ਦਾ ਇਹ ਦਾਣਾ ਪਾਣੀ ਖਿਲਰਿਆ ਹੋਇਆ। ਜਿੱਥੇ ਜਿੱਥੇ ਸਤਿਗੁਰੂ ਜੀ ਦੇ ਬਚਨ ਨੇ ਨਾ ਕਿ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਾਹਾਂ ਖਾਣੇ, ਨਾਨਕਾ ਸੱਚ ਹੈ। ਕਿ ਜਿੱਥੇ ਜੀਵ ਤੇਰੇ ਦਾਣੇ ਨੇ ਉੱਥੇ ਜਾ ਕੇ ਤੈ ਖਾਣੇ ਨੇ। ਇਸ ਕਰਕੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਜੀਵ ਤੂੰ ਕਿ ਚਿੰਤਾ ਕਰਦਾ। ਦੇਖ ਇੱਕ ਰੋਖ ਰਹਾਮ ਨਾਮੇ ਪੰਛੀ ਹੋਇਆ। ਇਤਿਹਾਸਕਾਰ ਲਿਖਦੇ ਨੇ ਕਿ ਇਹਦੀ ਜਿਹੜੀ ਰੋਜੀ ਰੋਟੀ ਹੈ ਨਾ, ਇਹਦੀ ਜਿਹੜੀ ਖੁਰਾਕ ਹੈ ਉਹ ਸ਼ੇਰ ਦੇ ਜਵਿਆੜੇ ਵਿੱਚ ਹੈ। ਕਹਿੰਦੇ ਜਿੱਥੇ ਇਹ ਸ਼ੇਰ ਜਾਂਦਾ ਸ਼ੇਰ ਦੇ ਇਹ ਮਗਰ ਮਗਰ ਰਹਿੰਦਾ। ਜਿੱਥੇ ਸ਼ੇਰ ਫਿਰ ਬੈਠਦਾ ਇਹ ਦੇਖਦਾ ਰਹਿੰਦਾ ਕਿ ਜਦੋਂ ਸ਼ੇਰ ਉਵਾਸੀ ਲੈਂਦਾ ਇੰਨੇ ਸਮੇਂ ਦੇ ਵਿੱਚ ਇਹ ਉਡਾਰੀ ਮਾਰਦਾ, ਸ਼ੇਰ ਦੇ ਮੁੱਖ ਵਿੱਚ ਜਾਂਦਾ ਅਤੇ ਮਾਸ ਦੀ ਬੋਟੀ ਭਰ ਕੇ ਗੁਰੂ ਸਰੇ ਇਹ ਵਾਪਸ ਆ ਜਾਂਦਾ ਇੰਨੇ ਸਮੇਂ ਦੇ ਵਿੱਚ। ਮੰਨ ਲਿਆ ਜਾਵੇ ਜੇ ਸ਼ੇਰ ਨੇ ਆਪਣੀ ਉਵਾਸੀ ਮੂੰਹ ਬੰਦ ਕਰ ਲਿਆ ਤੇ ਪੰਛੀ ਵਿੱਚੇ ਬੰਦ ਹੋ ਸਕਦਾ, ਪਰ ਪ੍ਰਮਾਤਮਾ ਨੇ ਐਸੀ ਖੇਡ ਬਣਾਈ ਹੋਈ ਕਿ ਉਹ ਰੋਖ ਰਹਾਨ ਨਾਮੇ ਜਿਹੜਾ ਪੰਛੀ ਹੈ ਉਹ ਮਾਸ ਦੀ ਬੋਟੀ ਭਰ ਲੈਂਦਾ ਅਤੇ ਸ਼ੇਰ ਉਹਨੂੰ ਕਾਬੂ ਨਹੀਂ ਕਰ ਸਕਦਾ। ਉਹਦੀ ਖੁਰਾਕ ਲਿਖੀ ਹੋਈ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਰੋਖ ਰੁਹਾਨ ਕੀ ਰੋਜੀ ਨਾ ਟਾਰੈ। ਉਹ ਪ੍ਰਮਾਤਮਾ ਐਡਾ ਵੱਡਾ ਹੈ। ਇਹ ਜੀਵ ਤੂੰ ਕਿਉਂ ਚਿੰਤਾ ਕਰਦਾ। ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜਕ ਆਗਿਆ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ। ਪੱਥਰਾਂ ਵਿੱਚ ਕੀੜੇ ਮਕੌੜੇ ਪੈਦਾ ਕਰਦਾ ਅਤੇ ਗੁਰੂ ਸਵਾਰਿਓ ਉਹਨਾਂ ਦੀ ਵੀ ਉਹ ਪ੍ਰਤਪਾਲਨਾ ਕਰਦਾ। ਪਾਕਿਸਤਾਨ ਦੀ ਧਰਤੀ 'ਤੇ ਇੱਕ 1995 ਦੇ ਵਿੱਚ ਅਖਬਾਰ ਦੇ 'ਚ ਇੱਕ ਖਬਰ ਛਪੀ ਸੀ। ਕਹਿੰਦੇ ਨੇ ਇੱਕ ਟਰੱਕ ਡਰਾਈਵਰੀ ਕਰਦਾ ਹੋਇਆ ਕਈ ਮਹੀਨਿਆਂ ਬਾਅਦ ਆਪਣੇ ਘਰ ਵਾਪਸ ਆਇਆ। ਘਰ ਵਾਲੀ ਨੇ ਪ੍ਰਸ਼ਾਦਾ ਬਣਾਇਆ। ਜਦੋਂ ਉਹ ਪ੍ਰਸ਼ਾਦਾ ਛਕਣ ਲੱਗਿਆ ਅਤੇ ਗੁਰੂ ਸਵਾਰਿਓ ਪ੍ਰਸ਼ਾਦਾ ਵਿਚਕਾਰੋਂ ਕੱਚਾ, ਅਤੇ ਘਰ ਵਾਲਾ ਕਹਿਣ ਲੱਗਿਆ ਕਿ ਇਹ ਨਵਾਂ ਰਿਵਾਜ਼ ਚੱਲ ਪਿਆ ਹੈ ਕਿ ਆਲੇ ਦੁਆਲੇ ਪ੍ਰਸ਼ਾਦਾ ਰੜਿਆ ਹੋਇਆ ਅਤੇ ਵਿਚਕਾਰੋਂ ਕੱਚਾ ਹੈ। ਇਹ ਕਿਹੜਾ ਰੀਤੀ ਰਿਵਾਜ਼ ਨਵਾਂ ਚੱਲ ਪਿਆ ਹੈ। ਅਤੇ ਅੱਗੋਂ ਘਰ ਵਾਲੀ ਕਹਿਣ ਲੱਗੀ ਪਤੀ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਪਤਾ ਨਹੀਂ ਇਸ ਤਵੇ ਨੂੰ ਕੀ ਹੋਇਆ, ਕਿਉਂ ਉਦੋਂ ਪੱਥਰ ਦੇ ਤਵੇ ਬਣਾਏ ਹੁੰਦੇ ਸਨ, ਉਹਦੇ ਉੱਤੇ ਇਸ ਤਰ੍ਹਾਂ ਰੋਟੀਆਂ ਸੇਕੀਆਂ ਜਾਂਦੀਆਂ ਸਨ। ਪਤਾ ਨਹੀਂ ਇਸ ਤਵੇ ਨੂੰ ਕੀ ਹੋਇਆ, ਇਸ ਪੱਥਰ ਨੂੰ ਆਲੇ ਦੁਆਲੇ ਪ੍ਰਸ਼ਾਦਾ ਰੜ ਜਾਂਦਾ ਅਤੇ ਵਿਚਕਾਰੋਂ ਕੱਚਾ ਰਹਿ ਜਾਂਦਾ ਹੈ। ਇਹ ਸਮਝ ਨਹੀਂ ਆ ਰਹੀ ਹੈ। ਕਹਿੰਦੇ ਨੇ ਉਸ ਟਰੱਕ ਡਰਾਈਵਰ ਨੇ ਆਪ ਗੁਰੂ ਸਵਾਰੇ ਹਥੌੜੀ ਚੁੱਕੀ, ਉਸ ਤਵੇ ਨੂੰ ਜਿਹੜਾ ਪੱਥਰ ਦਾ ਤਵਾ ਸੀ ਉਹਨੂੰ ਤੋੜਨਾ ਕੀਤਾ। ਜਦੋਂ ਤੋੜਿਆ ਅਤੇ ਵਿੱਚੋਂ ਇੱਕ ਛੋਟਾ ਜਿਹਾ ਕੀੜਾ ਨਿਕਲਿਆ। ਦੇਖੋ ਇਸ ਚੁੱਲ੍ਹਾ ਬਲਦਾ, ਥੱਲੇ ਅੱਗ ਬਲ ਰਹੀ ਹੈ, ਸਾਰਾ ਦਿਨ ਉਹ ਤਵਾ ਸੜਦਾ ਹੈ ਚੁੱਲ੍ਹੇ ਦੇ ਉੱਤੇ, ਆਲੇ ਦੁਆਲੇ ਸੇਕ ਲੱਗ ਰਿਹਾ ਅਤੇ ਵਿਚਕਾਰ ਗੁਰੂ ਜਿੱਥੇ ਉਹਨੂੰ ਥਾਂ ਰਹਿਣ ਵਾਸਤੇ ਉੱਥੇ ਸੇਕ ਨਹੀਂ ਲੱਗ ਰਿਹਾ। ਫਿਰ ਉਹਨਾਂ ਅਖਬਾਰ ਦੇ ਵਿੱਚ ਇਹ ਖਬਰ ਵੀ ਲਵਾਈ ਸੀ 1995 ਵਿੱਚ ਤਕਰੀਬਨ ਇਹ ਖਬਰ ਲੱਗੀ ਸੀ। ਸੋ ਕਹਿਣ ਦਾ ਭਾਵ ਹੈ ਕਿ ਪਰਮਾਤਮਾ ਜਿੱਥੇ ਸਾਰਿਆਂ ਦੀ ਪ੍ਰਤਪਾਲਨਾ ਕਰਦਾ ਹੈ ਉੱਥੇ ਗੁਰੂ ਸਰ। ਹੁਣ ਦੇਖੋ ਉਸ ਤਵੇ ਵਿੱਚ ਉਹ ਪੱਥਰ ਰਹਿ ਰਹੇ, ਕੀੜਾ ਰਹਿ ਰਹੇ ਆ ਪੱਥਰ ਵਿੱਚ, ਅਤੇ ਰੋਜੀ ਰੋਟੀ ਆਪਣੇ ਆਪ ਉਹਦੇ ਕੋਲ ਪਹੁੰਚਦੀ ਹੋਵੇਗੀ। ਕੋਈ ਨਾ ਕੋਈ ਖੁਰਾਕ ਦਾ ਇੰਤਜ਼ਾਮ ਵਾਹਿਗੁਰੂ ਨੇ ਕੀਤਾ ਹੋਇਆ ਹੈ। ਇਸ ਕਰਕੇ ਉਹ ਵਾਹਿਗੁਰੂ ਸਾਰਿਆਂ ਦੀ ਪ੍ਰਤਪਾਲਨਾ ਕਰਦਾ ਹੈ ਅਤੇ ਮਨੁੱਖ ਐਵੇਂ ਚਿੰਤਾ ਕਰੀ ਜਾ ਰਿਹਾ। ਸਤਿਗੁਰੂ ਤਾਂ ਇੱਥੋਂ ਤੱਕ ਬਚਨ ਕਰਦੇ ਨੇ, ਕਹਿੰਦੇ ਭਾਈ ਇਹ ਜੀਵ
ਜਦੋਂ ਤੂੰ ਮਾਤਾ ਦੇ ਉਦਰ ਵਿੱਚ ਸੀ ਉਦੋਂ ਤੇਰੀ ਪ੍ਰਤਪਾਲਨਾ ਕੀਤੀ, ਹੁਣ ਕਿਉਂ ਨਹੀਂ ਕਰੇਗਾ। ਪ੍ਰਤਪਾਲ ਮਾਤਾ ਉਦਰ ਰਾਖੈ, ਲੱਗਣ ਦੇਤ ਨ ਸੇਕ, ਸੋਈ ਸੁਆਮੀ ਇਹਾਂ ਰਾਖੈ, ਬੂਝ ਬੁੱਧ ਵਿਵੇਕ, ਮੇਰੇ ਮਨ ਰਾਮ ਕੀ ਕਰਤੇ। ਕਿ ਜਿਹੜਾ ਮਾਲਕ ਐਡਾ ਵੱਡਾ ਸਮਰੱਥ ਹੈ, ਸਰਬ ਸ਼ਕਤੀਮਾਨ ਹੈ, ਮਾਤਾ ਦੇ ਉਦਰ ਜਿੱਥੇ ਦੀ ਹਾਲਤ ਇਹੋ ਜਿਹੀ ਸੀ ਕਿ ਬਸੰਦੋ ਕੋਹਤੜੈ ਥਾਏ, ਮੁਖ ਤਲੈ ਪੈਰ ਉੱਪਰ ਹੈ, ਬਸੰਦੋ ਕੋਹਤੜੈ ਥਾਏ, ਬੜੀ ਔਖੀ ਥਾਂ ਵਿੱਚ ਤੇਰਾ ਵਾਸਾ ਸੀ, ਉਸ ਥਾਂ ਉੱਥੇ ਵੀ ਤੈਨੂੰ ਮਾਲਕ ਵਾਹਿਗੁਰੂ ਤੇਰੀ ਪ੍ਰਤਪਾਲਨਾ ਕਰ ਰਿਹਾ, ਤੇਰੀ ਸੰਭਾਲ ਕਰਦਾ ਸੀ। ਕਹਿੰਦੇ ਜਦੋਂ ਉਹ ਮਾਤਾ ਦੇ ਉਹ ਤੇਰੀ ਸੰਭਾਲ ਕਰ ਸਕਦਾ, ਹੁਣ ਕਿਉਂ ਨਹੀਂ ਸੰਭਾਲ ਕਰੇਗਾ। ਇਸ ਕਰਕੇ ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ, ਤਾਰੋ ਤਾਰਨ ਹਾਰੇ, ਮਾਧੋ ਤੂੰ ਠਾਕੁਰ ਸਿਰ ਮੋਰਾ, ਇਹਾਂ ਉਹਾਂ ਤੁਹਾਰੋ ਧੋਰਾ। ਮੈਨੂੰ ਇਹਾਂ ਇਸ ਲੋਕ ਵਿੱਚ ਵੀ ਤੇ ਉਹਾਂ ਪਰਲੋਕ ਦੇ ਵਿੱਚ ਤੁਹਾਡਾ ਹੀ ਧੋਰਾ ਆਸਰਾ ਹੈ। ਇਸ ਕਰਕੇ ਗੁਰੂ ਸਵਾਰੇ ਉਹ ਵਾਹਿਗੁਰੂ ਸਾਰਿਆਂ ਦੀ ਪ੍ਰਤਪਾਲਨਾ ਕਰਦਾ, ਉਹਦਾ ਇਹ ਕੰਮ ਹੈ। ਮੂਸਾ ਪੈਗੰਬਰ ਖੁਦਾ ਨੂੰ ਕਹਿਣ ਲੱਗਿਆ ਕਿ ਐ ਖੁਦਾ, ਤੂੰ ਸਾਰਿਆਂ ਨੂੰ ਰੋਜੀ ਰੋਟੀ ਦਿੰਦਾ ਏ। ਤੇ ਖੁਦਾ ਕਹਿਣ ਲੱਗਿਆ, ਹਾਂ ਮੈਂ ਸਾਰਿਆਂ ਨੂੰ ਦਿੰਦਾ ਹਾਂ। ਕਹਿਣ ਲੱਗਿਆ, ਖੁਦਾ ਇੱਕ ਦਿਨ ਮੈਨੂੰ ਦੇਣਾ ਕਰ, ਜਿਹੜੀ ਤੂੰ ਰੋਜੀ ਰੋਟੀ ਦੇ ਰਿਹਾ ਨਾ, ਇੱਕ ਦਿਨ ਮੈਨੂੰ ਮੇਰੀ ਡਿਊਟੀ ਲਾ, ਮੈਂ ਸਾਰਿਆਂ ਨੂੰ ਰੋਜੀ ਰੋਟੀ ਦੇਵਾਂਗਾ। ਤੇ ਖੁਦਾ ਕਹਿਣ ਲੱਗਿਆ, ਮੂਸੇ ਤੇਤੋਂ ਨਹੀਂ ਇਹ ਕੰਮ ਹੋਣਾ। ਨਹੀਂ ਖੁਦਾ ਜੀ, ਮੈਨੂੰ ਦੇਵੋ, ਮੇਰਾ ਮਨ ਕਰਦਾ ਏ, ਮੈਂ ਇਹ ਸੇਵਾ ਨਿਭਾਵਾਂਗਾ, ਸਾਰਿਆਂ ਨੂੰ ਰੋਜੀ ਰੋਟੀ ਦੇਵਾਂਗਾ। ਹੁਣ ਜਿੱਦ ਕੀਤੀ ਹੈ। ਕਹਿੰਦੇ ਨੇ ਉਸ ਸਮੇਂ ਪਰਿਪੂਰਨ ਜਿਹੜਾ ਖੁਦਾ ਸੀ, ਜਿਹਨੂੰ ਪਰਮਾਤਮਾ ਆਪਾਂ ਕਹਿੰਦੇ, ਵਾਹਿਗੁਰੂ ਆਖ ਦਿੰਦੇ ਆ, ਸਾਰੇ ਇੱਕ ਪਰਮਾਤਮਾ ਦੇ ਨਾਮ ਨੇ, ਵੱਖਰੇ ਵੱਖਰੇ ਨਾਮ ਲੈ ਕੇ ਉਹਨੂੰ ਸੰਬੋਧਨ ਕੀਤਾ, ਯਾਦ ਕੀਤਾ ਜਾਂਦਾ ਹੈ। ਤੇ ਜਦੋਂ ਖੁਦਾ ਨੇ ਗੁਰੂ ਸਵਾਰਿਓ ਇਹ ਆਖਿਆ ਕਿ ਚੱਲ ਠੀਕ ਹੈ, ਅੱਜ ਤੂੰ ਰੋਜੀ ਰੋਟੀ ਦੇਣਾ ਕਰ। ਤੇ ਗੁਰੂ ਸਵਾਰਿਓ ਕਹਿੰਦੇ ਨੇ ਦੋ ਮਨੁੱਖਾਂ ਨੂੰ, ਦੋ ਜੀਵਾਂ ਨੂੰ ਰੋਜੀ ਰੋਟੀ, ਸਾਰਿਆਂ ਨੂੰ ਖੁਦਾ ਨੇ ਰੋਜੀ ਰੋਟੀ ਦੇ ਦਿੱਤੀ ਹੈ। ਇੱਕ ਸੂਰ ਨੂੰ ਨਹੀਂ ਦੇਣਾ ਕੀਤੀ, ਕਿਉਂਕਿ ਸੂਰ ਨੇ ਮੁਹੰਮਦ ਸਾਹਿਬ ਨੂੰ ਮਾਰਨਾ ਕੀਤਾ ਸੀ। ਇੱਕ ਗੁਰੂ ਸਵਾਰਿਓ ਉਹ ਵਿਸ਼ਈ ਪੁਰਸ਼, ਜਿਹੜਾ ਪਰ ਇਸਤਰੀ, ਇੱਕ ਮੁਰਦਾ ਇਸਤਰੀ ਨੂੰ ਕਬਰ ਵਿੱਚੋਂ ਕੱਢ ਕੇ ਉਹਦੇ ਨਾਲ ਕੁਕਰਮ ਕਰ ਰਿਹਾ ਸੀ। ਦੋਨਾਂ ਉੱਤੇ ਨਿਗਾਹ ਪਈ, ਇਹਨਾਂ ਨੂੰ ਗੁਰੂ ਸਵਾਰੇ ਰੋਜੀ ਰੋਟੀ ਨਹੀਂ ਦਿੱਤੀ। ਤੇ ਖੁਦਾ ਦੇ ਕੋਲ ਚੱਲ ਪਿਆ, ਕਹਿਣ ਲੱਗਿਆ ਕਿ ਮੂਸੇ ਸਾਰਿਆਂ ਨੂੰ ਰੋਜੀ ਰੋਟੀ ਦੇ ਕੇ, ਕਹਿਣ ਲੱਗਿਆ, ਹਾਂਜੀ ਖੁਦਾ ਜੀ ਸਾਰਿਆਂ ਨੂੰ ਦੇ ਕੇ ਆਇਆ ਹਾਂ। ਇੱਕ ਮੈਂ ਸੂਰ ਨੂੰ ਨਹੀਂ ਦੇਣਾ ਕੀਤੀ, ਇੱਕ ਮੈਂ ਇਸੇ ਤਰ੍ਹਾਂ ਹੀ ਉਹ ਵਿਸ਼ਈ ਪੁਰਸ਼ ਨੂੰ ਦੇਣਾ ਕੀਤੀ, ਕਿਉਂਕਿ ਮੁਹੰਮਦ ਸਾਹਿਬ ਨੂੰ ਸੂਰ ਨੇ ਮਾਰਨਾ, ਤੇ ਵਿਸ਼ਈ ਪੁਰਸ਼ ਮਾੜੇ ਕਰਮ ਕਰਦਾ ਸੀ। ਤੇ ਖੁਦਾ ਕਹਿਣ ਲੱਗੇ, ਇਹ ਬਹੁਤ ਵੱਡੀ ਤੈਂ ਗਲਤੀ ਕੀਤੀ ਹੈ। ਰੋਜੀ ਰੋਟੀ ਦੇਣਾ ਜੇ ਤੇਰੇ ਵਾਂਗ ਮੈਂ ਸੋਚਣ ਲੱਗ ਪਿਆ ਨਾ, ਤੇ ਸਾਰਾ ਸੰਸਾਰ ਹੀ ਭੁੱਖਾ ਮਰ ਜਾਵੇਗਾ। ਜਿੱਥੇ ਧਾਰਮੀ ਇਨਸਾਨਾਂ ਦੀ ਜਿਹੜੀ ਗਿਣਤੀ ਹੈ ਉਹ 5% ਹੈ, 95% ਸਾਰੇ ਹੀ ਪਾਪ ਕਰ ਰਹੇ ਨੇ, ਮਾੜੇ ਕੰਮ ਕਰਦੇ ਨੇ। ਜੇ ਮੈਂ ਇਹ ਦੇਖਣ ਲੱਗ ਪਿਆ, ਫਿਰ ਤਾਂ ਸਾਰੇ ਭੁੱਖੇ ਮਰ ਜਾਣਗੇ। ਮੂਸੇ ਨੂੰ ਕਹਿਣਾ ਇਹ ਬੜੀ ਗਲਤੀ ਕੀਤੀ ਹੈ। ਮੂਸਾ ਪੈਗੰਬਰ ਕਹਿਣ ਲੱਗਿਆ, ਖੁਦਾ ਆਪ ਜੀ ਸਾਰਿਆਂ ਨੂੰ ਰੋਜੀ ਰੋਟੀ ਦਿੰਦੇ? ਹਾਂ ਮੈਂ ਸਾਰਿਆਂ ਨੂੰ ਦਿੰਦਾ। ਠੀਕ ਹੈ। ਕਹਿੰਦੇ ਨੇ ਇੱਕ ਦਿਨ ਫਿਰ ਉਹ ਆਇਆ ਕੋਲ, ਤੀਲਾਂ ਦੀ ਡੱਬੀ ਵਿੱਚ ਗੁਰੂ ਸਵਾਰੇ ਇੱਕ ਛੋਟਾ ਜਿਹਾ ਕੀੜਾ ਬੰਦ ਕਰ ਲਿਆ।
जाके कहण लगा खुदा जी अज तुसीं सारिਆਂ ਨੂੰ रोजी रोटी दित्ती है। कहण लगे हाँ जी मैं सारिਆਂ ਨੂੰ दे रहे हाँ। ਜਦੋਂ ਡੱਬੀ ਖੋਲ੍ਹੀ ਹੈ ਗੁਰੂ ਸਵਾਰੇ ਡੱਬੀ ਦੇ ਵਿੱਚੋਂ ਜਦੋਂ ਖੋਲ੍ਹ ਕੇ ਦੇਖਿਆ ਤੇ ਉਹਦੇ ਵਿੱਚ ਇੱਕ ਛੋਟਾ ਜਿਹਾ ਚੌਲ ਦਾ ਦਾਣਾ ਸੀ, ਜਿਹਨੂੰ ਦੇਖ ਕੇ ਮੂਸਾ ਪੈਗੰਬਰ ਹੈਰਾਨ ਹੋ ਗਿਆ। ਇੰਜ ਗੁਰੂ ਸਰੇ ਪਰਮਾਤਮਾ ਸਾਰਿਆਂ ਦੀ ਪ੍ਰਤਪਾਲਨਾ ਕਰਦਾ। ਪ੍ਰਤਪਾਲ ਮਾਤਾ ਉਧਰ ਰਾਖੈ ਲੱਗਣ ਦੇਤ ਨ ਸੇਖ। ਉਹ ਸਾਰਿਆਂ ਦੀ ਪ੍ਰਤਪਾਲਨਾ ਕਰਦਾ ਹੈ। ਪ੍ਰਤਪਾਲੈ ਨਿਤ ਸਾਰ ਸੰਭਾਲੈ, ਇੱਕ ਤਿਲ ਨਹੀਂ ਭੰਨੈ ਘਾਲੈ। ਜਿਹੜੀ ਜੀਵ ਦੀ ਮਸ਼ੱਕਤ ਕੀਤੀ ਹੁੰਦੀ ਨਾ ਘਾਲ ਕਮਾਈ, ਇੱਕ ਤਿਲ ਮਾਤਰ ਵਿਅਰਥ ਨਹੀਂ ਜਾਣ ਦਿੰਦਾ। ਜਿਵੇਂ ਇੱਕ ਮਾਤਾ ਪਿਤਾ ਆਪਣੇ ਬੱਚਿਆਂ ਦੀ ਸੰਭਾਲ ਕਰਦੇ ਨੇ ਨਾ, ਮਾਂ ਬਾਪ ਆਪਣੀ ਬੁਰਕੀ ਆਪਣੇ ਮੁੱਖ ਵਿੱਚ ਗਰਾਹੀ ਬਾਅਦ ਵਿੱਚ ਪਾਉਂਦੇ, ਪਹਿਲਾਂ ਆਪਣੇ ਬੱਚਿਆਂ ਨੂੰ ਪਾਉਂਦੇ ਨੇ ਕਿ ਅਸੀਂ ਭਾਵੇਂ ਭੁੱਖੇ ਸੋ ਜਾਈਏ ਤਾਂ ਸਾਡੇ ਬੱਚੇ ਰੱਜਣੇ ਚਾਹੀਦੇ ਨੇ। ਇਹ ਮਾਂ ਬਾਪ ਦਾ ਪਿਆਰ ਹੁੰਦਾ ਹੈ। ਜਿਵੇਂ ਇੱਕ ਮਾਤਾ ਪਿਤਾ ਆਪਣੇ ਬੱਚਿਆਂ ਨਾਲ ਸਨੇਹ ਕਰਦੇ, ਪ੍ਰੇਮ ਕਰਦੇ ਨੇ ਨਾ, ਇਸੇ ਤਰ੍ਹਾਂ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਸਾਰੇ ਜੀਵਾਂ ਨਾਲ ਸਨੇਹ ਕਰਦਾ, ਪ੍ਰੇਮ ਕਰਦਾ ਹੈ। ਹਰ ਇੱਕ ਜੀਵ ਦਾ ਸਮੇਂ ਸਮੇਂ ਅਨੁਸਾਰ ਉਹ ਖਿਆਲ ਰੱਖਦਾ ਹੈ। ਇਸ ਕਰਕੇ ਐਸੇ ਮਾਲਕ ਵਾਹਿਗੁਰੂ ਦੇ ਚਰਨਾਂ 'ਚ ਤਾਂ ਬੇਨਤੀ ਕਰਨੀ ਬਣ ਆਉਂਦੀ ਹੈ। ਕਿਵੇਂ ਬੇਨਤੀ ਕਰਨੀ ਹੈ? ਪੁੱਛੋ ਪੰਜਵੇਂ ਗੁਰ ਦੇ ਮਹਾਰਾਜ ਨੂੰ। ਸਤਿਗੁਰੂ ਫਰਮਾਨ ਕਰਦੇ ਨੇ ਕਿ ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗਣ ਸਭ ਮੇਟੇ, ਦਇਆਲ ਪੁਰਖ ਬਖਸ਼ੰਦ, ਜੋ ਮੰਗਹਿ ਠਾਕੁਰ ਆਪਣੇ ਤੇ, ਜੋ ਮੰਗਹਿ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਉਹਾਂ ਸੱਚ ਹੋਵੈ। ਉਹ ਵਾਹਿਗੁਰੂ ਦਾ ਇਹ ਬਿਰਧ ਹੈ ਜੋ ਆਪਾਂ ਉਸ ਮਾਲਕ ਪਾਸੋਂ ਮੰਗ ਲਈ ਨਾ, ਉਹ ਮਾਲਕ ਦਿੰਦਾ ਹੈ। ਪ੍ਰਬੰਧ ਉਹਨੇ ਸਾਡਾ ਕੀਤਾ ਹੋਇਆ ਹੈ। ਪਰ ਸਤਿਗੁਰੂ ਕਹਿੰਦੇ ਤੂੰ ਮੰਗਣ ਵਾਲੀ ਜਾਤ 'ਚ ਮੰਗ। ਕੀ ਮੰਗੀ ਜਾ ਰਹੇ ਆ? ਰੋਜੀ ਰੋਟੀ ਦਾ ਪ੍ਰਬੰਧ ਤੇਰਾ ਕੀਤਾ ਹੋਇਆ ਹੈ। ਜੇ ਮੰਗਣਾ ਹੀ ਹੈ ਤਾਂ ਮੰਗਣਾ ਕੀ ਹੈ? ਤੇ ਸਤਿਗੁਰੂ ਫਰਮਾਨ ਕਰਦੇ ਨੇ ਕਿ ਮੰਗ ਨਾ ਮੰਗਨ ਨੀਕਾ, ਹਰ ਜਸ ਗੁਰ ਤੇ ਮੰਗਨਾ, ਤਿਆਗਨ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗਨਾ, ਜਾਗਨ ਜਾਗਨ ਨੀਕਾ, ਗੁਰ ਚਰਣੀ ਮਨ ਜਾਗਨਾ, ਇਹ ਬਿਦ ਤਿਸੈ ਪ੍ਰਾਪਤੇ, ਇਹ ਬਿਦ ਤਿਸੈ ਪ੍ਰਾਪਤੇ, ਜਾ ਕੈ ਮਸਤਕ ਭਾਗਨਾ, ਕਹੋ ਨਾਨਕ ਤਿਸ ਸਭ ਕਿਛ ਨੀਕਾ, ਜੋ ਪ੍ਰਭ ਕੀ ਸ਼ਰਨਾਗਨਾ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਹਿੰਦੇ ਜੀ ਮੰਗਣਾ ਨਾ ਪਰਮਾਤਮਾ ਪਾਸੋਂ, ਇਹ ਜੀਵ ਤੇਰੇ ਲਈ ਇਹ ਚੰਗਾ ਹੈ। ਮੰਗਣਾ ਮੰਗ ਨੀਕਾ, ਹਰ ਜਸ ਗੁਰ ਤੇ ਮੰਗਣਾ। ਤੂੰ ਹਰੀ ਦਾ ਜਸ ਮੰਗਣਾ ਕਰ, ਹਰੀ ਦੀ ਵਡਿਆਈ ਮੰਗਣਾ ਕਰ, ਹਰੀ ਦੇ ਚਰਨਾਂ 'ਚ ਆਖ ਕੇ ਮਾਲਕ ਜੀ ਬਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਇਹ ਸਾਡੇ ਉੱਤੇ ਬਖਸ਼ਿਸ਼ ਕਰ ਮਾਲਕ, ਤਾਂ ਕਿ ਮੈਂ ਦਿਨ ਰਾਤ ਆਪ ਜੀ ਦੇ ਗੁਣਾਂ ਦਾ ਗਾਇਨ ਕਰਦਾ ਰਹਾਂ। ਜੇ ਕਹਿੰਦੇ ਕੋਈ ਤਿਆਗਣਾ ਨਾ, ਤਿਆਗੀ ਨੂੰ ਨਹੀਂ ਆਖਿਆ ਜਾਂਦਾ ਜਿਹੜਾ ਆਪਣਾ ਘਰ-ਬਾਰ ਤਿਆਗ ਕੇ ਜੰਗਲਾਂ ਵਿੱਚ ਜਾ ਕੇ ਬੈਠ ਜਾਵੇ, ਉਹ ਤਿਆਗੀ ਨਹੀਂ ਹੈ।
ਕਹਿੰਦੇ ਜੀ ਨੇ ਆਪਣੇ ਅੰਦਰੋਂ ਪੰਜਾਂ ਨੂੰ ਤਿਆਗ ਦਿੱਤਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਕਹਿੰਦੇ ਉਹ ਮੰਗ ਮਾਲਕ ਪਾਸੋਂ ਕਿ ਮਾਲਕ ਮੇਰੇ ਉੱਤੇ ਇਹ ਬਖਸ਼ਿਸ਼ ਕਰ, ਕਿਰਪਾ ਕਰ, ਤਾਂ ਕਿ ਇਹ ਪੰਜੇ ਕੰਟਰੋਲ ਵਿੱਚ ਤਿਆਗੇ ਨਹੀਂ ਜਾ ਸਕਦੇ। ਇਹ ਬੇਨਤੀ, ਕਿਉਂਕਿ ਇਹ ਪੰਜਾਂ ਨੂੰ ਤਿਆਗਣਾ ਬੜਾ ਔਖਾ ਹੈ, ਤਿਆਗੇ ਨਹੀਂ ਜਾ ਸਕਦੇ। ਇਹ ਕੰਟਰੋਲ ਵਿੱਚ ਆ ਜਾਂਦੇ, ਜਿਹੜੇ ਸਾਨੂੰ ਅੱਜ ਸਾਡੇ ਉੱਤੇ ਹਾਵੀ ਹੋਏ ਫਿਰਦੇ ਨੇ ਨਾ, ਰੱਬ ਦੇ ਪਿਆਰੇ ਗੁਰਮੁਖਾਂ ਦੇ ਉੱਤੇ ਜਦੋਂ ਉਹ ਬੰਦਗੀ ਕਰਦੇ, ਭਜਨ ਬੰਦਗੀ ਕਰਦੇ ਨੇ, ਤੇ ਗੁਰੂ ਸਵਾਰੇ ਇਹੋ ਜਿਹੀ ਫਿਰ ਅਵਸਥਾ ਬਣ ਜਾਂਦੀ ਹੈ ਕਿ ਇਹ ਕੰਟਰੋਲ ਵਿੱਚ ਆ ਜਾਂਦੇ ਨੇ। ਸਤਿਗੁਰੂ ਕਹਿੰਦੇ ਜੇ ਤਾਂ ਮੰਗਣਾ ਹੀ ਤਿਆਗਣਾ ਕੁਝ, ਕਿ ਤਿਆਗਣਾ ਤਿਆਗਣ ਨੀਕਾ, ਕਾਮ, ਕ੍ਰੋਧ, ਲੋਭ ਤਿਆਗਣਾ, ਇਹ ਤਿਆਗ ਕਰ। ਕਹਿੰਦੇ ਆਪਣਾ ਘਰ ਬਾਹਰ ਨਾ ਛੱਡ ਕੇ ਜਾ, ਤੂੰ ਜੰਗਲਾਂ ਵਿੱਚ ਜਾ ਕੇ, ਪਹਾੜਾਂ ਉੱਤੇ ਜਾ ਕੇ ਬੈਠ ਕੇ, ਕਿਸੇ ਗੁਫਾ ਵਿੱਚ ਜਾ ਕੇ ਬੈਠ ਗਿਆ, ਪਿੱਛੇ ਤੇਰੇ ਬੱਚੇ, ਪਿੱਛੇ ਤੇਰਾ ਪਰਿਵਾਰ, ਘਰ ਘਰ ਜਾ ਕੇ ਮੰਗਦਾ, ਫਿਰ ਇਹ ਕਿੱਥੋਂ ਦੀ ਸਿਆਣਪ ਹੈ? ਇਸ ਕਰਕੇ ਇਹ ਸਹੀ ਨਹੀਂ ਹੈ। ਸਤਿਗੁਰੂ ਜੀ ਨੇ ਸਾਨੂੰ ਦੱਸਿਆ ਕਿ ਗ੍ਰਸਤ ਮਾਰਗ ਵਿੱਚ ਰਹਿ ਕੇ ਜੀਵ ਸਿੱਖ ਨੇ ਆਪਣਾ ਜੀਵਨ ਬਤੀਤ ਕਰਨਾ ਹੈ। ਇਸ ਕਰਕੇ ਕਾਮ, ਕ੍ਰੋਧ, ਲੋਭ ਤਿਆਗਣਾ, ਜਾਗਣਾ ਜਾਗਨ ਨੀਕਾ, ਗੁਰ ਚਰਣੀ ਮਨ ਜਾਗਣਾ। ਜਾਗਰਤ ਅਵਸਥਾ ਇੱਕ ਹੁੰਦੀ ਹੈ, ਸੁਪਨ ਅਵਸਥਾ ਇੱਕ ਹੁੰਦੀ ਹੈ ਜਾਗਰਤ ਅਵਸਥਾ। ਸੁਪਨ ਅਵਸਥਾ ਜਿਵੇਂ ਗੁਰੂ ਸਵਾਰੇ ਆਪਾਂ ਸੁੱਤੇ ਪਏ ਹਾਂ, ਸੁੱਤਾ ਪਿਆ ਮਨੁੱਖ ਇੱਕ ਤਰ੍ਹਾਂ ਮੁਰਦੇ ਦੀ ਨੀਂਦ, ਡੈਡ ਬੋਡੀ ਹੈ, ਅਤੇ ਸੁਪਨ ਅਵਸਥਾ 'ਚ ਆਪਾਂ ਪਤਾ ਨਹੀਂ ਕਿੱਥੇ ਕਿਤੇ ਚੱਕਰ ਲਾਉਂਦੇ ਨੇ, ਸਾਨੂੰ ਸੁਪਨੇ ਆਉਂਦੇ ਨੇ, ਸੁਪਨਿਆਂ ਵਿੱਚ ਆਪਾਂ ਵਿਚਰਦੇ ਫਿਰਦੇ ਹਾਂ। ਇੱਕ ਜੀਵ ਜਾਗਦਾ ਹੋਇਆ ਸੁੱਤਾ ਪਿਆ, ਇੱਕ ਤਾਂ ਸੁੱਤਾ ਪਿਆ ਮਨੁੱਖ ਨੇ ਕੰਮ ਧੰਦਾ ਕੀਤਾ, ਨੀਂਦ ਆ ਗਈ, ਰਾਤ ਵੇਲੇ ਵਿਸ਼ਰਾਮ ਕਰ ਰਹੇ ਆ, ਉਹ ਤਾਂ ਆਪਾਂ ਸੋ ਗਏ ਸਰੀਰ ਨੂੰ ਆਰਾਮ ਦੇਣ ਲਈ, ਬੈਟਰੀ ਚਾਰਜ ਕਰਨ ਲਈ। ਜਿਵੇਂ ਆਪਾਂ ਮੋਬਾਈਲ ਫੋਨ ਚਲਾਉਂਦੇ ਹਾਂ ਨਾ, ਸਾਰਾ ਦਿਨ ਫੋਨ ਚਲਾਇਆ ਅਤੇ ਬੈਟਰੀ ਮੁੱਕ ਗਈ, ਅਤੇ ਆਪਾਂ ਫਿਰ ਗੁਰੂ ਸਾਹਿਬ ਨੂੰ ਚਾਰਜ ਲਾ ਦਿੰਦੇ ਹਾਂ, ਘੰਟਾ 2 ਘੰਟਾ ਉਹ ਚਾਰਜ ਲੱਗਦਾ, ਫਿਰ ਉਹ ਬੈਟਰੀ ਫੁੱਲ ਹੋ ਜਾਂਦੀ ਹੈ। ਇਸੇ ਤਰ੍ਹਾਂ ਸਾਡਾ ਸਰੀਰ ਵੀ ਇੱਕ ਬੈਟਰੀ ਦੀ ਨਹੀਂ ਆਈ ਹੈ। ਜਦੋਂ ਰਾਤ ਵੇਲੇ ਵਿਸ਼ਰਾਮ ਕੀਤਾ ਅਤੇ ਮਨ ਸਾਡੀ ਬੈਟਰੀ ਚਾਰਜ ਹੋ ਰਹੀ ਹੈ। ਪਰ ਇੱਕ ਐਸੇ ਨੇ ਜਾਗਦੇ ਹੋਏ ਵੀ ਸੁੱਤੇ ਪਏ ਨੇ, ਅਤੇ ਜਾਗਦੇ ਸੁੱਤੇ ਕਿਵੇਂ ਨੇ? ਜੇ ਆਪਾਂ ਦੇਖੀਏ, ਆਪਾਂ ਸਾਰੇ ਸੁੱਤੇ ਪਏ ਹਾਂ, ਇੱਕ ਦੇਖਣ ਨੂੰ ਆਪਾਂ ਇੱਕ ਦੂਜੇ ਨੂੰ ਇੰਝ ਲੱਗਦੇ ਨੇ ਕਿ ਆਪਾਂ ਜਾਗ ਰਹੇ ਹਾਂ, ਪਰ ਗੁਰਬਾਣੀ ਮੁਤਾਬਕ ਸਤਿਗੁਰ ਨਹੀਂ, ਸਤਿਗੁਰ ਜਾਗਤਾ ਹੈ ਦਿਓ, ਬਾਕੀ ਸਾਰਾ ਸੁੱਤਾ ਸੰਸਾਰ। ਵਿਦਿਆ ਰੂਪੀ ਰਾਤ ਵਿੱਚ ਸਾਰਾ ਸੰਸਾਰ ਸੁੱਤਾ ਪਿਆ ਏ। ਸੰਸਾਰ ਫਾਨੀ ਹੈ, ਸੰਸਾਰ ਨਾਸ਼ਵੰਤ ਹੈ, ਸੰਸਾਰ ਦੇ ਪਦਾਰਥ ਕੂੜ ਨੇ। ਇਹ ਸਭ ਕੁਝ ਹੁੰਦੇ ਸਨ ਜਾਣਦੇ ਹਾਂ, ਆਪਾਂ ਫਿਰ ਵੀ ਇਹਨਾਂ ਦੇ ਨਾਲ ਮੋਹ ਕਰੀ ਜਾ ਰਹੇ ਹਾਂ, ਜਿਸ ਕਰਕੇ ਜੀਵ ਅਵਿਦਿਆ ਦੇ ਵਿੱਚ, ਅਗਿਆਨਤਾ ਦੇ ਵਿੱਚ ਹੈ। ਅਗਿਆਨਤਾ ਵਿੱਚ ਖਚਿਤ ਹੋਣ ਕਰਕੇ ਜਾਗਦਾ ਹੋਇਆ ਵੀ ਮਨੁੱਖ ਸੁੱਤਾ ਪਿਆ ਹੈ। ਪਰ ਜਿਹੜੇ ਗੁਰੂ ਸਾਹਿਬ ਜਿਹਨੂੰ ਇਸ ਗੱਲ ਦੀ ਸਮਝ ਆ ਜਾਂਦੀ, ਸੋਝੀ ਆ ਜਾਂਦੀ ਹੈ ਕਿ ਨਹੀਂ, ਇਹ ਸੰਸਾਰ ਦੇ ਪਦਾਰਥ ਫਾਨੀ ਨੇ, ਨਾਸ਼ਵੰਤ ਨੇ, ਜ਼ਿੰਦਗੀ ਦਾ ਅਸਲੀ ਮਕਸਦ ਕੀ ਹੈ ਕਿ ਪਰਿਪੂਰਨ ਪਰਮਾਤਮਾ ਦੀ ਇਬਾਦਤ ਕਰਨੀ, ਉਸ ਵਾਹਿਗੁਰੂ ਨਾਲ ਆਪਾਂ ਕਰਮਾਂ ਕਰਕੇ ਵਿਛੜੇ, ਉਹਦੇ ਨਾਲ ਆਪਾਂ ਮਿਲਾਪ ਕਰਨਾ, ਗੁਰੂ ਨਾਲ ਇੱਕਮਿਕ ਹੋਣਾ। ਫਿਰ ਉਹ ਸਾਹਿਬਾਂ ਦੀ ਬਾਣੀ ਦਾ ਸਹਾਰਾ ਲੈਂਦੇ ਨੇ, ਉਹ ਸਾਹਿਬਾਂ ਦੀ ਬਾਣੀ ਦਾ ਸਹਾਰਾ ਲੈਂਦੇ, ਫਿਰ ਉਹ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ। ਫਿਰ ਉਹ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ, ਅੰਮ੍ਰਿਤ ਵੇਲੇ ਸੰਭਾਲ ਕਰਕੇ ਉਸ ਮਾਲਕ ਨੂੰ ਸਾਸ ਗ੍ਰਾਹ ਜਪਦੇ ਨੇ। ਸਾਸ ਗ੍ਰਾਹ ਜਪ ਕੇ ਗੁਰੂ ਸਰੂਪ ਉਸ ਮਾਲਕ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦੇ ਨੇ। ਹੌਲੀ ਹੌਲੀ ਫਿਰ ਅਵਸਥਾ ਬਣਦੀ ਹੈ, ਉਹ ਸੁਪਨ ਅਵਸਥਾ ਤੋਂ ਫਿਰ ਜਾਗਰਤ ਅਵਸਥਾ ਵਿੱਚ ਪਹੁੰਚ ਜਾਂਦੇ ਨੇ। ਫਿਰ ਜਦੋਂ ਸਤਿਗੁਰੂ ਉਹ ਬਚਨ ਕਰਦੇ ਕਿ ਜਾਗਣਾ ਜਾਗਨ ਨੀਕਾ, ਗੁਰ ਚਰਣੀ ਮਨ ਜਾਗਣਾ,
ਕਿ ਗੁਰੂ ਜਦੋਂ ਉਹ ਚੰਗਾ, ਜਦੋਂ ਗੁਰੂ ਦੇ ਚਰਨਾਂ ਵਿੱਚ ਭਾਈ ਤੇਰਾ ਮਨ ਜਾਗ ਗਿਆ, ਮਨ ਉਦੋਂ ਤੂੰ ਜਾਗਰਤ ਅਵਸਥਾ ਵਿੱਚ ਪਹੁੰਚ ਗਿਆ। ਹੁਣ ਜਿਹਦਾ ਨਿਤਨੇਮ ਬਣਿਆ ਹੈ ਕਿ ਨਿਤਾਪਤੀ ਗੁਰੂ ਕਲਗੀਧਰ ਪਾਤਸ਼ਾਹ ਦੇ ਪਾਵਨ ਅਸਥਾਨ ਵਿਖੇ ਜਾ ਕੇ ਹਾਜ਼ਰੀਆਂ ਭਰਨੀਆਂ, ਨਤਮਸਤਕ ਹੋਣਾ। ਕਈਆਂ ਦਾ ਨਿਤਨੇਮ ਇਸ ਤਰ੍ਹਾਂ ਬਣਿਆ ਕਿ ਪਹਿਲਾਂ ਗੁਰੂ ਨੂੰ ਸਜਦਾ ਕਰਨਾ, ਫਿਰ ਜਲ ਪਾਣੀ ਜਾ ਕੇ ਛਕਣਾ। ਅਤੇ ਇਹੋ ਜਿਹੀ ਖੇਡ ਇਹ ਗੁਰੂ ਸਵਰੇ, ਇਹ ਗੁਰੂ ਦੀ ਬਖਸ਼ਿਸ਼ ਨਾਲ ਹੀ ਅਵਸਥਾ ਬਣੀ ਹੈ। ਅਤੇ ਕਈ ਐਸੇ ਜਿਹੜੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਕੋਲ ਰਹਿੰਦੇ ਨੇ, ਉਹ ਮੱਥਾ ਟੇਕਣ ਨਹੀਂ ਦੇ। ਕਈ ਐਸੇ ਨੇ ਸੰਗਰਾਂਦ ਵੇਲੇ ਮੱਥਾ ਆ ਕੇ ਟੇਕਦੇ ਨੇ ਮਹੀਨੇ ਬਾਅਦ, ਕਿ ਮਹੀਨੇ 'ਚ ਇੱਕ ਵਾਰੀ ਮੱਥਾ ਟੇਕ ਲਓ, ਦੁਬਾਰਾ ਗੁਰੂ ਘਰ ਜਾਣ ਦੀ ਲੋੜ ਨਹੀਂ ਹੈ। ਅਤੇ ਕਈ ਐਸੇ ਨੇ ਜਿਹੜੇ ਮਾਘ ਦੇ ਮਹੀਨੇ ਵਿੱਚ ਸਾਲ ਦੇ ਵਿੱਚ ਇੱਕ ਵਾਰੀ, ਇੱਕ ਮਹੀਨਾ ਲਗਾਤਾਰ ਆਉਣਾ, ਸਰੋਵਰਾਂ 'ਚ ਇਸ਼ਨਾਨ ਵੀ ਕਰਾਉਣਾ, ਦੇਗ ਵੀ ਕਰਾਉਣੀ ਹੈ, ਪਰ 11 ਮਹੀਨੇ ਫਿਰ ਗੁਰੂ ਦੇ ਕੋਲ ਆ ਕੇ ਮੱਥਾ ਨਹੀਂ ਟੇਕਣਾ, ਸਜਦਾ ਨਹੀਂ ਕਰਨਾ। ਐਸੇ ਵੀ ਹਨ। ਜਿਹੜਾ ਇੱਕ ਮਹੀਨਾ ਤਾਂ ਹਾਜ਼ਰੀ ਭਰੀ ਹੈ, ਜਾਂ ਸੰਗਰਾਂਦ ਵਾਲੇ ਦਿਨ ਹਾਜ਼ਰੀ ਭਰੀ ਹੈ, ਤੂੰ ਗੁਰੂ ਦੇ ਚਰਨਾਂ 'ਚ ਬੇਨਤੀ ਕਰਕੇ, ਪਾਤਸ਼ਾਹ ਇੱਕ ਮਹੀਨਾ ਆਪ ਜੀ ਨੇ ਮੈਨੂੰ ਆਪਣੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਨੇ, ਮੇਰੇ ਤੇ ਮੇਰੇ ਮਾਲਕ ਜੀ ਵਾਹਿਗੁਰੂ ਜੀ ਕਿਰਪਾ ਕਰੋ, ਤਾਂ ਕਿ ਮੈਂ ਨਿੱਤਾ ਪ੍ਰਤੀ 365 ਦਿਨ ਆਪ ਜੀ ਦੇ ਦਰ 'ਤੇ ਹਾਜ਼ਰੀ ਭਰਦਾ ਰਹਾਂ, ਆਪ ਜੀ ਦੇ ਦਰਸ਼ਨ ਦੀਦਾਰੇ ਕਰਦਾ ਰਹਾਂ। ਜਦੋਂ ਸਾਡੀ ਇਹ ਅਵਸਥਾ ਬਣ ਗਈ, 365 ਦਿਨ ਆਪਾਂ ਬਿਨਾਂ ਨਾਗੇ ਗੁਰੂ ਸਾਹਿਬਾਨ ਦੇ ਚਰਨਾਂ ਵਿੱਚ ਆਉਂਦੇ ਰਹੇ, ਫਿਰ ਸਾਡਾ ਜੀਵਨ ਸਫਲ ਹੈ, ਫਿਰ ਅਸੀਂ ਜਾਗਰਤ ਅਵਸਥਾ ਵਿੱਚ ਪਹੁੰਚ ਗਏ। ਪਰ ਜੇ ਕਈ ਵਾਰੀ ਐਸਾ ਵੀ ਹੁੰਦਾ ਕਿ ਆਪਾਂ ਗੁਰਦੁਆਰਾ ਸਾਹਿਬ ਵੀ ਆਉਂਦੇ ਨੇ, ਗੁਰੂ ਸਾਹਿਬ ਨੂੰ ਮੱਥਾ ਵੀ ਟੇਕਦੇ ਹਾਂ, ਪਰ ਗੁਰੂ ਦੀ ਗੱਲ ਮੰਨਣ ਲਈ ਤਿਆਰ ਨਹੀਂ ਹੁੰਦੇ, ਉਹ ਵੀ ਗਲਤ ਹੈ। ਸ਼ਰਧਾਲੂ ਆਪਾਂ ਬਣ ਸਕਦੇ ਹਾਂ, ਗੁਰੂ ਦੇ ਦਰ ਦੇ ਅੰਦਰ ਸਾਡੀ ਸ਼ਰਧਾ ਹੈ, ਭਾਵਨਾ ਹੈ, ਪਰ ਸਿੱਖ ਬਣਨਾ ਔਖਾ ਹੈ। ਸਿੱਖ ਸੰਸਕ੍ਰਿਤ ਦਾ ਸ਼ਬਦ ਹੈ ਜਿਹੜਾ ਸਿੱਖਿਆ ਗ੍ਰਹਿਣ ਕਰਨ ਵਾਲਾ, ਅਤੇ ਗੁਰੂ ਦੇ ਦਰ 'ਤੇ ਆ ਕੇ ਆਪਾਂ ਸਿੱਖਿਆ ਲੈਣੀ, ਗੁਰੂ ਸਾਹਿਬਾਨ ਦੀ ਬਾਣੀ ਪੜ੍ਹ ਕੇ, ਸਿਮਰਨ ਕਰਕੇ, ਕਥਾ ਕਹਾਣੀਆਂ ਸੁਣ ਕੇ, ਕੀਰਤਨ ਸੁਣ ਕੇ, ਗੁਰੂ ਦੇ ਸ਼ਬਦ ਦੀ ਕਮਾਈ ਕਰਕੇ। ਰਹਿਤ ਮਰਜ਼ਾਦਾ ਮੁਤਾਬਕ ਸਿੱਖ ਦੀ ਪਰਿਭਾਸ਼ਾ ਉਹ ਜੀਵ ਜਿਹੜਾ ਧੰਨ ਗੁਰੂ ਨਾਨਕ ਦੇ ਮਹਾਰਾਜ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ 10 ਪਾਤਸ਼ਾਹੀ ਤੱਕ ਉਹਨਾਂ ਦੀ ਆਤਮ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਗੁਰੂ ਮੰਨਦਾ ਹੋਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਸੀਸ ਝੁਕਾਉਂਦਾ ਹੋਵੇ, ਉਹਨੂੰ ਗੁਰੂ ਸਰ ਸਿੱਖ ਆਖਿਆ ਜਾਂਦਾ ਹੈ। ਹੁਣ ਕਈ ਸਵਾਲ ਕਰ ਦਿੰਦੇ ਨੇ ਕਿ ਭਾਈ ਕੇਸ ਰੱਖਣ ਦੀ ਕੀ ਲੋੜ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਵੀ ਇਹ ਸਵਾਲ ਕੀਤੇ ਗਏ ਨੇ। ਸਤਿਗੁਰ ਜੀ ਮਾਲਵੇ ਦੇ ਇਲਾਕੇ ਵਿੱਚ ਵਿਚਰਦੇ ਹੋਏ ਗਏ, ਕਹਿੰਦੇ ਨੇ ਇੱਕ ਜਦੋਂ ਲੋਕ ਇਕੱਠੇ ਹੋਏ ਨੇ, ਸੰਗਤਾਂ ਨਾਲ ਮੱਥਾ ਟੇਕਿਆ, ਕੁਝ ਕੁ ਗੁਰੂ ਦੇ ਸਿੱਖ ਜਿਹੜੇ ਪੁਰਾਤਨ ਸੀ, ਪਰ ਸਾਬਤ ਸੂਰਤ ਹਾਲੇ ਤੱਕ ਨਹੀਂ ਬਣੇ ਸੀ। ਗੁਰੂ ਸਾਹਿਬਾਨ ਦੇ ਚਰਨਾਂ 'ਚ ਆਉਂਦੇ ਸੀ, ਮੱਥਾ ਟੇਕਦੇ ਸੀ, ਭੇਟਾਵਾਂ ਅਰਪਣ ਕਰਦੇ ਸੀ, ਪਰ ਸਾਬਤ ਸੂਰਤ ਨਹੀਂ ਹੋਏ ਸੀ। ਕਲਗੀਧਰ ਪਾਤਸ਼ਾਹ ਨੂੰ ਆ ਕੇ ਮੱਥਾ ਟੇਕਿਆ, ਸਤਿਗੁਰੂ ਕਹਿਣ ਲੱਗੇ, ਸਤਿਗੁਰੂ ਜੀ ਨੇ ਬਚਨ ਕੀਤੇ ਕਿ ਭਾਈ ਅੰਮ੍ਰਿਤ ਛਕ ਲਵੋ। ਉਹ ਕਹਿਣ ਲੱਗੇ, ਸਤਿਗੁਰੂ ਸਾਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਸਤਿਗੁਰੂ ਕਹਿਣ ਲੱਗੇ ਅੰਮ੍ਰਿਤ ਛਕੋ, ਕੇਸ ਰੱਖੋ। ਕਹਿਣ ਲੱਗੇ ਪਾਤਸ਼ਾਹ ਕੇਸ ਰੱਖਣ ਦੀ ਕੀ ਲੋੜ ਹੈ। ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕੇਸ ਅਤੀ ਜ਼ਰੂਰੀ ਨੇ। ਕਹਿਣ ਲੱਗੇ ਸਤਿਗੁਰੂ ਜੀ ਪੁਰਾਤਨ ਜਿਹੜੇ ਰਿਸ਼ੀ ਮੁਨੀ ਇਤਿਆਦਕ ਹੋਏ ਨੇ, ਉਹਨਾਂ ਦੇ ਕਿਹੜਾ ਕੇਸ ਸੀ। ਗੁਰੂ ਸਾਹਿਬਾਨ ਜੀ ਕਹਿਣ ਲੱਗੇ ਦੇਖੋ ਸ਼੍ਰੀ ਕ੍ਰਿਸ਼ਨ ਜੀ ਹੋਏ ਨੇ, ਰਾਮ ਜੀ ਹੋਏ ਨੇ, ਅਤੇ ਜਿੰਨੇ ਵੀ ਦੇਵੀ ਦੇਵਤੇ ਉਹਨਾਂ ਸਾਰੇ ਕੇਸਾਂ ਧਾਰੀ ਸੀ। ਕੇਸ ਜਿਹੜੇ ਨੇ ਇਹ ਸਾਨੂੰ ਉਸ ਪਰਮਾਤਮਾ ਪਾਸੋਂ ਪਹਿਲਾਂ ਤੋਂ ਪ੍ਰਾਪਤ ਹੋਏ ਨੇ। ਬੱਚਾ ਜਨਮ ਲੈਂਦਾ ਨਾ, ਜਨਮ ਲੈਂਦਿਆਂ ਸਾਰ ਹੀ ਬੱਚੇ ਦੇ ਸੀਸ ਉੱਤੇ ਕੇਸ ਹੁੰਦੇ ਨੇ, ਚਾਹੇ ਛੋਟੇ ਛੋਟੇ ਹੁੰਦੇ, ਵੱਖਰੀ ਗੱਲ ਹੈ, ਕੇਸ ਪਹਿਲਾਂ ਤੋਂ ਹੀ ਨੇ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਜਦੋਂ ਕਰਤੇ ਨੇ ਸਾਨੂੰ ਕੇਸ ਬਖਸ਼ਿਸ਼ ਕੀਤੇ ਨੇ, ਕਹਿੰਦੇ ਫਿਰ ਅਸੀਂ ਭਾਈ ਉਸ ਨੂੰ ਕਿਉਂ ਭੰਗ ਕਰੀਏ।
ਕਲਗੀਧਰ ਪਾਤਸ਼ਾਹ ਕਹਿਣ ਲੱਗੇ ਮੈਂ ਕੋਈ ਨਵੀਂ ਮਰਜ਼ਾਦਾ ਨਹੀਂ ਚਲਾਈ ਹੈ, ਮੈਂ ਤਾਂ ਜਿਹੜੀ ਪੁਰਾਤਨ ਮਰਜ਼ਾਦਾ ਚੱਲੀ ਹੋਈ ਹੈ ਕੇਸਾਂ ਧਾਰੀ ਹੋਣਾ, ਮੈਂ ਤਾਂ ਉਹਨੂੰ ਲਾਗੂ ਕੀਤਾ ਏ। ਤੁਹਾਨੂੰ ਚੇਤੇ ਕਰਾਇਆ ਕਿ ਭਾਈ ਤੁਹਾਡਾ ਸਰੂਪ ਇਹ ਹੈ ਜੋ ਪੁਰਾਤਨ ਪਹਿਲਾਂ ਤੋਂ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਕਹਿਣ ਲੱਗੇ ਇੱਕ ਵਾਰੀ ਕੇਸ ਕਟਾ ਦਿੱਤੇ, ਫਿਰ ਦੁਬਾਰਾ ਫਿਰ 15 ਦਿਨ ਮਹੀਨੇ ਬਾਅਦ ਫਿਰ ਉਹ ਕਹਿੰਦੇ ਨੇ ਜਦ ਇਹ ਹੋਵੇ ਨਾ ਇੱਕ ਵਾਰੀ ਕਟਾ ਦੇ ਦੁਬਾਰਾ ਨਾ ਆਉਣ ਫਿਰ ਤਾਂ ਮੰਨ ਲਿਆ ਜਾਵੇ, ਪਰ ਦੁਬਾਰਾ ਫਿਰ ਉਹ ਆਉਂਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਕੇਸ ਜਿਹੜੇ ਗੁਰੂ ਜਿੱਥੇ ਅਸੀਂ ਆਪਣੀ ਮੋਹਰ ਬਣਾਈ ਹੈ ਇਹ ਬਖਸ਼ਿਸ਼ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਕੀਤੀ ਹੈ। ਆਉਂਦੇ ਹਰ ਇੱਕ ਦੇ ਕੇਸ ਨੇ, ਚਾਹੇ ਮੁਸਲਮਾਨ ਹੈ, ਚਾਹੇ ਸਿੱਖ ਹੈ, ਚਾਹੇ ਈਸਾਈ ਹੈ, ਕ੍ਰਿਸਚਨ ਹੈ, ਜੈਨੀ ਹੈ, ਬੋਧੀ ਹੈ, ਕਿਸੇ ਵੀ ਧਰਮ ਨਾਲ ਸੰਬੰਧਿਤ ਹੈ। ਸਤਿਗੁਰੂ ਕਹਿਣ ਲੱਗੇ ਜਿਹੜੇ ਕੇਸਾਂ ਦੀ ਬੇਅਦਬੀ ਕਰਨੀ ਹੈ ਅਸਲ ਵਿੱਚ ਕਹਿੰਦੇ ਇਹ ਕਰਤੇ ਦੀ ਕੁਦਰਤ 'ਚ ਵਿਘਨ ਪਾਉਣ ਵਾਲਾ ਕੰਮ ਹੈ। ਸਾਨੂੰ ਕਰਤੇ ਵਾਹਿਗੁਰੂ, ਅਸੀਂ ਆਪਣੇ ਸਿੱਖਾਂ ਨੂੰ ਆਖਿਆ ਕਿ ਭਾਈ ਅਸੀਂ ਕਰਤੇ ਦੇ ਨਿਯਮਾਂ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ, ਜਿਵੇਂ ਉਹਦੀ ਕੁਦਰਤ ਹੈ। ਜਿਵੇਂ ਸਾਨੂੰ ਨਾ ਸ਼ਿੰਗਾਰਿਆ ਬਚਪਨ ਤੋਂ ਲੈ ਕੇ ਜਨਮ ਤੋਂ ਲੈ ਕੇ ਮਰਨ ਤੱਕ ਅਸੀਂ ਆਪਣੀ ਸੂਰਤ ਨਹੀਂ ਵਿਗਾੜਨੀ ਹੈ, ਉਸ ਪਰਮਾਤਮਾ ਦੀ ਬਖਸ਼ੀ ਹੋਈ ਇਹ ਸੂਰਤ ਹੈ। ਫਿਰ ਗੁਰੂ ਸਾਰੇ ਉਹਨਾਂ ਲੋਕਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਮੰਨ ਕੇ ਅੰਮ੍ਰਿਤ ਛਕਿਆ, ਸਿੰਘ ਸਜੇ। ਕਿਸੇ ਦੇ ਨਾਮ ਨਾਲ ਕੋਈ ਦੇਵਾ ਰਾਮ ਸੀ, ਕੋਈ ਰਾਮ ਦੇਵਾ ਸੀ, ਕੋਈ ਹਰੀ ਰਾਮ ਸੀ, ਇਤਿਆਦ ਕਿਹੋ ਜਿਹੇ ਨਾਮ ਸੀ, ਕੋਈ ਦਾਸ ਸੀ, ਕੋਈ ਚੰਦ ਸੀ। ਉਹ ਗੁਰੂ ਉਹਨਾਂ ਦੇ ਨਾਮ ਸਾਰੇ ਗੋਤ ਵਰਨ ਇਤਿਆਦਿਕ ਸਾਰੇ ਮਿਟਾ ਕੇ ਉਹਨਾਂ ਦੇ ਨਾਮ ਨਾਲ ਸਤਿਗੁਰੂ ਸਿੰਘ ਸ਼ਬਦ ਲਵਾ ਦਿੱਤਾ ਕਿ ਅੱਜ ਤੋਂ ਬਾਅਦ ਸਿੰਘ ਹੋ, ਸ਼ੇਰ ਦੇ ਜੱਤ ਆਉਂਦੀ ਹੈ। ਅਤੇ ਸਿੱਖ ਜਿਹੜਾ ਹੈ ਇਹ ਵੀ ਸਿੰਘ ਦੀ ਨਿਆਈ ਹੈ, ਸ਼ੇਰ ਦੀ ਨਿਆਈ, ਜਿਵੇਂ ਇਹਦੇ ਸਿਰੇ 'ਤੇ ਜੱਤ ਆਉਂਦੀ ਹੈ, ਸੂਰਮਾ ਹੈ। ਸੋ ਗੁਰੂ ਸਵਾਰੇ ਇਸ ਤਰ੍ਹਾਂ ਸਤਿਗੁਰੂ ਜੀ ਨੇ ਇਹ ਬਚਨ ਸਾਨੂੰ ਕੀਤੇ ਨੇ। ਸੋ ਗੱਲ ਚੱਲ ਰਹੀ ਸੀ ਕਿ ਗੁਰੂ ਦੇ ਦਰ 'ਤੇ 365 ਦਿਨ ਆਉਣਾ, ਪਰ ਗੁਰੂ ਦੀ ਗੱਲ ਮੰਨਣ ਲਈ ਤਿਆਰ ਨਹੀਂ ਹੋਣਾ। ਅਤੇ ਸਾਡੀ ਹਾਲਤ ਉਹਨਾਂ ਸਿੱਖਾਂ ਜੈਸੀ ਹੈ ਜਿਹੜੇ ਸਿੱਖਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਸ਼ਰਧਾਲੂ ਸੀ, ਪਰ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨਾਂ ਨੂੰ ਮੰਨਣ ਲਈ ਤਿਆਰ ਨਹੀਂ ਹੋਏ ਸੀ। ਉਹ ਤਾਂ ਫਿਰ ਮੰਨ ਗਏ ਨੇ, ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਖਿਆ ਕਿ ਭਾਈ ਕੇਸ ਰੱਖ ਲਵੋ, ਅੰਮ੍ਰਿਤ ਛਕੋ, ਉਹ ਤਾਂ ਫਿਰ ਮੰਨ ਗਏ। ਪਰ ਆਪਾਂ ਗੁਰੂ ਸਾਰੇ ਮੰਨਣ ਲਈ ਤਿਆਰ ਨਹੀਂ, ਜਿੰਨਾ ਮਰਜ਼ੀ ਕਹਿ ਦਈਏ। ਇਸ ਕਰਕੇ ਜ਼ਰੂਰੀ ਹੈ ਸਾਬਤ ਸੂਰਤ ਦਸਤਾਰ ਸਿਰਾ, ਸੀਸ ਉੱਤੇ ਦਸਤਾਰ ਹੋਵੇ, ਸਾਬਤ ਸੂਰਤ ਹੋਵੇ, ਸਭ ਤੋਂ ਮਨੁੱਖ ਉਹ ਸੋਹਣਾ ਲਾ ਜਾਪਦਾ ਹੈ। ਵੱਖਰੀ ਪਹਿਚਾਣ ਮਨੁੱਖ ਸਿੱਖ ਦੀ। ਬਲਦੇ ਜਿੱਥੇ ਮੱਝ ਸਿੱਖ ਚਲਿਆ ਜਾਵੇ ਨਾ, 10 ਗੁਰੂ ਲੱਖਾਂ ਬੰਦਿਆਂ 'ਚ ਖਲੋਤਾ ਹੋਵੇ ਅਤੇ ਸਿੱਖ ਵੱਖਰਾ ਪਹਿਚਾਣਿਆ ਜਾਂਦਾ। ਇਹ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਹੈ ਵੀ। ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਸੀਸ ਲੈ ਕੇ ਭਾਈ ਜੈਤਾ ਜੀ ਆਏ ਸੀ ਨਾ, ਬਾਬਾ ਜੀਵਨ ਸਿੰਘ ਰੰਗਰੇਟੇ ਗੁਰੂ ਕੇ ਬੇਟੇ, ਜਿਹਨੂੰ ਖਿਤਾਬ ਪ੍ਰਾਪਤ ਹੋਇਆ ਸੀ ਬਿਵਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਦੀ ਧਰਤੀ 'ਤੇ, ਸਤਿਗੁਰ ਦਾ ਸੀਸ ਜਦੋਂ ਭਾਈ ਜੈਤੇ ਜੀ ਨੇ ਸਤਿਗੁਰ ਰੱਖਿਆ ਹੋਇਆ ਵਿਵਾਨ ਦੇ ਵਿੱਚ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਗੋਬਿੰਦ ਰਾਏ ਸੀ ਉਦੋਂ, ਕਹਿੰਦੇ ਕੀਰਤਪੁਰ ਸਾਹਿਬ ਸਤਿਗੁਰ ਦਾ ਸੀਸ ਲੈਣ ਵਾਸਤੇ ਆਏ ਨੇ। ਭਾਈ ਜੈਤੇ ਨੇ ਨੀਵੀਂ ਪਾਈ ਹੋਈ ਹੈ, ਨੀਵੀਂ ਪਾਈ ਹੋਈ ਹੈ ਅਤੇ ਅੱਖਾਂ ਵਿੱਚੋਂ ਹੰਝੂ ਟਿਕ ਰਹੇ ਨੇ। ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇਖਦੇ ਭਾਈ ਜੈਤੇ ਵੱਲ, ਕਹਿਣ ਲੱਗੇ ਜੈਤਿਆ ਕੀ ਗੱਲ ਹੈ, ਕਿਉਂ ਤੂੰ ਭਾਈ ਬਰਾਕ ਕਰਦਾ, ਕਿਉਂ ਮੇਰੇ ਵੱਲ ਨਹੀਂ ਤੱਕਦਾ? ਸੱਚੇ ਪਾਤਸ਼ਾਹ ਮੈਨੂੰ ਮਾਫ਼ ਕਰਨਾ, ਮੈਂ ਸਤਿਗੁਰ ਦਾ ਸੀਸ ਤਾਂ ਲੈ ਕੇ ਆ ਗਿਆ ਪਰ ਧੜ ਨਹੀਂ ਲੈ ਕੇ ਆ ਸਕਿਆ। ਸਤਿਗੁਰੂ ਜੀ ਮੈਨੂੰ ਮਾਫ਼ ਕਰਨਾ, ਮੈਂ ਚਾਹੁੰਦਾ ਸੀ ਕਿ ਸਤਿਗੁਰ ਦਾ ਸੀਸ ਬੜੇ ਅਦਬ ਸਤਿਕਾਰ ਨਾਲ ਲੈ ਕੇ ਆਵਾਂ, ਪਰ ਪਾਤਸ਼ਾਹ ਮੇਰਾ ਜ਼ੋਰ ਨਹੀਂ ਚੱਲਿਆ, ਮੈਂ ਮਸਾਂ ਆਪਣੇ ਆਪ ਨੂੰ ਛੁਪਾ ਕੇ ਇਸ ਤੱਕ ਪਹੁੰਚਿਆ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਪੁੱਛਿਆ, ਜਦੋਂ ਮੇਰੇ ਪਿਤਾ ਗੁਰੂ ਦਾ ਸੀਸ ਧੜ ਨਾਲ ਵੱਖਰਾ ਕੀਤਾ ਗਿਆ ਦਿੱਲੀ ਚਾਂਦਨੀ ਚੌਂਕ ਵਿਖੇ, ਉੱਥੇ ਸਿੱਖਾਂ ਦੇ ਘਰ ਨਹੀਂ ਸੀ, ਕੋਈ ਧੜ ਨੂੰ ਸਾਂਭ ਲੈਂਦਾ, ਕੋਈ ਸੀਸ ਨੂੰ ਸਾਂਭ ਲੈਂਦਾ।
ਤੇ ਭਾਈ ਜੈਤਾ ਜੀ ਕਹਿਣ ਲੱਗੇ ਪਾਤਸ਼ਾਹ ਜੀ ਘਰ 1400 ਘਰ ਸੀ ਉਸ ਸਮੇਂ ਸਿੱਖਾਂ ਦੇ ਦਿੱਲੀ ਦੀ ਧਰਤੀ ਤੇ, ਕਿ 1400 ਘਰ ਸੀ ਪਰ ਪਾਤਸ਼ਾਹ ਡਰਦਾ ਹੋਇਆ ਕੋਈ ਅੱਗੇ ਆਇਆ ਨਹੀਂ। ਹਰ ਇੱਕ ਦੇ ਮਨ ਵਿੱਚ ਇਹ ਡਰ ਖੌਫ ਸੀ ਕਿ ਸਾਨੂੰ ਸਿੱਖ ਜਾਣ ਕੇ ਔਰੰਗਾ ਕਿਤੇ ਸਾਨੂੰ ਖਤਮ ਨਾ ਕਰ ਦੇਵੇ, ਸਾਡੇ ਪਰਿਵਾਰ ਨੂੰ ਖਤਮ ਨਾ ਕਰ ਦੇਵੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਬਚਨ ਕੀਤੇ ਕਿ ਇਹੋ ਜਿਹਾ ਸਿੱਖ ਸਾਜਾਂਗਾ ਜਿਹੜਾ ਮੇਰਾ ਸਿੱਖ ਲੱਖਾਂ ਦੇ ਵਿੱਚ ਖਲੋਤਾ ਹੋਵੇਗਾ, ਮੇਰੇ ਸਿੱਖ ਦੀ ਵੱਖਰੀ ਪਹਿਚਾਣ ਹੋਵੇਗੀ। ਅੱਜ ਆਪਾਂ ਲੱਖਾਂ ਵਿੱਚ ਖਲੋਤੇ ਹੋਈਏ ਨਾ ਤੇ ਦੂਰੋਂ ਪਹਿਚਾਣਿਆ ਜਾਂਦਾ ਕਿ ਗੁਰੂ ਕਾ ਸਿੰਘ ਹੈ, ਗੁਰੂ ਕਾ ਸਿੱਖ ਹੈ। ਇਹ ਸਤਿਗੁਰ ਦੀ ਬਖਸ਼ਿਸ਼ ਹੋਈ ਹੈ ਸਾਡੇ ਉੱਤੇ। ਸੋ ਸਤਿਗੁਰੂ ਕਿਰਪਾ ਕਰਨ, ਅੰਮ੍ਰਿਤ ਛਕੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਸਾਧ ਸੂਰਤ ਹੋਈਏ, ਬਾਣੀ ਨੂੰ ਪੜ੍ਹੀਏ, ਬਾਣੀ ਨੂੰ ਵਿਚਾਰੀਏ, ਅੰਮ੍ਰਿਤ ਵੇਲੇ ਦੀ ਸੰਭਾਲ ਕਰੀਏ, ਫਿਰ ਸਾਡਾ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਬਾਦਸ਼ਾਹ ਬਖਸ਼ਿਸ਼ ਕਰਨਗੇ। ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਵਾਲੇ ਦੀਵਾਨਾਂ ਵਿੱਚ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਤ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਤਰੇ। ਜੋ ਸ਼ਰਧਾ ਕਰ ਸੇਮ ਦੇ, ਗੁਰ ਪਾਰ ਉਤਾਰਨ